पंजाब विधान सभा ਦੇ ਵਿੱਚ ਗੁਰਦੁਆਰੇ ਪ੍ਰਬੰਧ ਨੂੰ ਲੈ ਕੇ ਇੱਕ ਸੋਧ ਬਿੱਲ ਜਿਹੜਾ ਹੈ ਉਹ ਲਿਆਣਾ ਪਿਆ। ਗੁਰਬਾਣੀ ਦੇ ਪ੍ਰਸਾਰਣ ਉੱਤੇ ਏਕਾਧਿਕਾਰ ਮੋਨੋਪੋਲੀ ਜਿਹੜੀ ਹੈ ਇੱਕ ਚੈਨਲ ਵਿਸ਼ੇਸ਼ ਦੀ ਪੀਟੀਸੀ ਚੈਨਲ ਜੋ ਕਿ ਸੁਖਬੀਰ ਸਿੰਘ ਬਾਦਲ ਦਾ ਆਪਣਾ ਚੈਨਲ ਹੈ ਉਸ ਦਾ ਜ਼ਿਕਰ ਉਹਨਾਂ ਨੇ ਕੀਤਾ। ਤੇ ਗੱਲ ਬਹੁਤ ਸਿੰਪਲ ਹੈਗੀ ਹੈ ਕਿ ਗੁਰਦੁਆਰਾ ਐਕਟ ਜਿਹੜਾ ਸੀ ਇਹ ਐਕਟ ਸੀਗਾ it was a declaration by the king that the king will not interfere in our affairs। ਜਦੋਂ ਉਹਨਾਂ ਨੇ ਦੇ ਦਿੱਤਾ ਗੁਰਦੁਆਰਾ ਐਕਟ ਪਾਸ ਹੋ ਗਿਆ ਉਹਦੇ ਬਾਅਦ ਸਰਕਾਰ ਨੇ ਆਪਣਾ ਹੱਥ ਇੱਕ ਪਾਸੇ ਕਰ ਲਿਆ। ਹੁਣ ਤੁਸੀਂ ਇਹਨੂੰ ਜਿੱਦਾਂ ਚਲਾਣਾ ਚਲਾਓ, ਅਸੀਂ ਤੁਹਾਨੂੰ ਇਹ ਦੇ ਦਿੱਤਾ ਹੈਗਾ। ਅੱਜ ਸਹਿਜੇ ਅਨੁਮਾਨਿਆ ਜਾ ਸਕਦਾ ਹੈ ਜੇ ਗੁਰਦੁਆਰਾ ਐਕਟ ਨਹੀਂ ਹੁੰਦਾ ਅੱਜ 2000 ਜਿਹੜੀਆਂ ਕਮੇਟੀਆਂ ਹੋਣੀਆਂ ਸੀ ਪੰਜਾਬ ਦੇ ਵਿੱਚ। ਇਸ ਵਕਤ ਲੀਗਲੀ ਟੈਕਨੀਕਲੀ ਕਰੈਕਟ ਕੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਕਾਨੂੰਨ ਜਿਹੜਾ ਲਿਆਂਦਾ ਗਿਆ ਉਹ ਸਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਸਰਕਾਰ ਦਾ ਐਕਟ ਹੈ ਕਿ ਜੇ ਤਾਂ ਅਕਾਲੀ ਜੇ ਤਾਂ ਸਿੱਖ ਉਹ 1920 ਤੋਂ ਲੈ ਕੇ 25 ਤੱਕ ਦਾ ਇਤਿਹਾਸ ਪੜ੍ਹ ਲੈਣਗੇ ਔਰ ਜੇ ਤੇ ਉਸ ਪਰੰਪਰਾ ਦੇ ਉਸ ਜਜ਼ਬੇ ਨਾਲ ਲੜਨਗੇ ਫਿਰ ਤਾਂ ਜਿੱਤ ਜਾਣਗੇ, ਨਹੀਂ ਤਾਂ ਇਹ ਫਿਰ ਇੱਕ ਸਮੇਂ ਦੀ ਗੱਲ ਹੈ ਕਿ ਕਦੋਂ ਇਹਨਾਂ ਦੇ ਹੱਥੋਂ ਇਹ ਗੁਰਦੁਆਰੇ ਖੁੱਸ ਜਾਂਦੇ। ਫਿਰ ਗੁਰਬਾਣੀ ਦੇ ਪ੍ਰਸਾਰਣ ਦੇ ਇੱਕ ਟੀਵੀ ਚੈਨਲ ਵਿਸ਼ੇਸ਼ ਨੂੰ ਰਾਈਟਸ, ਇਸ ਲਈ ਜਿਹੜੀ ਲੜਾਈ ਹੈ ਇਸ ਨੂੰ ਤੁਸੀਂ ਕਿੰਨੀ ਕੁ ਸੌੜੀ ਲੜਾਈ ਮੰਨਦੇ ਹੋ, ਕਿੰਨੀ ਕੁ ਸਿਕੜੀ ਹੋਈ ਲੜਾਈ ਮੰਨਦੇ ਹੋ? ਜਿਹੜਾ ਧਰਮ ਯੁੱਧ ਮੋਰਚੇ ਦੇ ਵਿੱਚ ਜਿਹੜੀ 42 ਮੰਗਾਂ ਦੀ ਲਿਸਟ ਦਿੱਤੀ ਗਈ ਸੀ ਭਾਰਤ ਸਰਕਾਰ ਨੂੰ, ਉਹਦੇ ਵਿੱਚ ਵੀ ਅੰਕਿਤ ਹੈ ਕਿ ਇਹ ਸਿੱਖਾਂ ਨੂੰ ਹਰਮੰਦਰ ਸਾਹਿਬ ਦੇ ਵਿੱਚ ਆਪਣਾ ਟਰਾਂਸਮੀਟਰ ਲਗਾਇਆ ਜਾਏ ਤਾਂ ਕਿ ਉਹ ਬੀਮ ਜਿਹੜੀ ਹੈ ਇੰਟਰਨੈਸ਼ਨਲੀ ਦੇਣ, ਤਾਂ ਕਿ ਨਾ ਤਾਂ ਕਿਸੇ ਟੀਵੀ ਚੈਨਲ ਦੀ ਨਾ ਕਿਸੇ ਹੋਰ ਚੀਜ਼ ਦੀ ਲੋੜ ਹੋਏ। ਸੋ ਇਹ ਮੰਗ ਤਾਂ ਬੇਸਿਕਲੀ ਆਪਣੇ ਟਰਾਂਸਮੀਟਰ ਯਾਨੀ ਆਪਣੇ ਚੈਨਲ ਦੀ ਸੀ, ਲੇਕਿਨ ਅੱਜ ਵੀ ਟੈਂਡਰ ਜਾਰੀ ਕਰ ਦਿਓ ਤੇ ਇਹ ਟੈਂਡਰ ਦਾ ਮਸਲਾ ਬੜਾ ਵੱਡਾ ਹੈ ਕਿਉਂਕਿ ਟੈਂਡਰ ਜਾਰੀ ਕਰਨ ਦਾ ਮਤਲਬ ਹੈ ਬੋਲੀ ਲੱਗਣਾ, ਤੇ ਬੋਲੀ ਲੱਗਣ ਦੀ ਕੋਨੋਟੇਸ਼ਨ ਵੀ ਗੁਰਬਾਣੀ ਦੇ ਸੰਦਰਭ ਵਿੱਚ ਗਲਤ ਮੰਨੀ ਜਾਂਦੀ ਹੈ। ਦੂਸਰੀ ਗੱਲ ਇਹ ਵੀ ਹੈ ਕਿ ਜੇ ਟੈਂਡਰ ਲੱਗਦੇ ਨੇ ਤਾਂ ਇਹਦੀ ਸੰਭਾਵਨਾ ਪੂਰੀ ਹੈ ਕਿ ਪੀਟੀਸੀ ਚੈਨਲ ਦੁਬਾਰਾ ਇਹ ਰਾਈਟ ਲੈ ਜਾ ਸਕਦਾ ਹੈ। ਸਿਰਫ 1 ਘੰਟੇ ਦੀ ਰੇਡੀਓ ਦੇ ਉੱਤੇ ਟਰਾਂਸਮਿਸ਼ਨ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ ਉਸ ਧਰਮ ਯੁੱਧ ਮੋਰਚੇ 'ਚ, ਔਰ ਇਹ ਵੀ ਰਿਕਾਰਡ ਦੇ ਉੱਤੇ ਹੈ ਕਿ ਜਦੋਂ ਇਹ ਲਿਖਤੀ ਤੌਰ ਦੇ ਉੱਤੇ ਮੰਗ ਦਿੱਤੀ ਗਈ ਤਾਂ ਇੰਦਰਾ ਗਾਂਧੀ ਨੇ ਸਾਫ਼ ਨਾ ਕਰ ਦਿੱਤਾ ਸੀ ਕਿ ਇਹ ਨਹੀਂ ਮੰਨੀ ਜਾ ਸਕਦੀ। ਇਹ ਤਾਂ ਉਹ ਕਹਿੰਦੇ ਹੋਏ ਸੁਣਾਈ ਦਿੱਤੇ ਨੇ ਕਿ ਜੀ ਇੱਕ ਪੈਸਾ ਗੁਰਬਾਣੀ ਦਾ ਪ੍ਰਸਾਰਣ ਫ੍ਰੀ ਹੈ, ਪੰਜਾਬ ਦੇ ਮੁੱਖ ਮੰਤਰੀ ਗੁੰਮਰਾਹ ਕਰਦੇ ਨੇ, ਇਸ ਕਿਸਮ ਦੀ ਗੱਲਾਂ। ਮਸਲਾ ਜਿਹੜਾ ਉਹਨਾਂ ਨੂੰ ਸਮਝ ਵਿੱਚ ਨਹੀਂ ਆ ਰਿਹਾ, ਇਹ ਰੌਲਾ ਪੀਟੀਸੀ ਚੈਨਲ ਦਾ ਪੰਜਾਬ ਸਰਕਾਰ ਭਗਵੰਤ ਮਾਨ ਨਾਲ ਲਈ ਹੈ। ਮਸਲਾ ਇਹ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦਾ ਕਨਫਲਿਕਟ ਆਫ ਇੰਟਰਸਟ ਹੈ, ਉਹਦਾ ਆਪਣਾ ਵਪਾਰਕ ਇੱਕ ਮੁਫਾਦ ਹੈ ਜਿਸ ਦੇ ਚਲਦੇ ਐਡਾ ਵੱਡਾ ਇਹ ਇਸ਼ੂ ਬਣ ਰਿਹਾ ਹੈ। ਜਿਹੜੀ ਵੀ ਸਰਕਾਰ ਆਏਗੀ ਉਹ ਸਿੱਖਾਂ ਦੀ ਤਾਕਤ ਕਮਜ਼ੋਰ ਕਰਨਾ ਚਾਹੁੰਦੀ ਹੈ ਔਰ ਸਿੱਖਾਂ ਦੀ ਤਾਕਤ ਬਣਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹੁਣ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਕਤ ਨੂੰ ਖੇਰੂ ਕਰਨ ਲਈ ਉਸ ਨੂੰ ਹਰਿਆਣਾ ਕਮੇਟੀ ਬਣਾਈ ਗਈ। ਉਹ ਵੀ ਪੋਲੀਟੀਕਲ ਹੈ, ਬਿਲਕੁਲ ਪੋਲੀਟੀਕਲ ਹੈ, ਔਰ ਉਹ ਨਾ ਬਣਦੀ ਜੇਕਰ ਸਿੱਖਾਂ ਦੇ ਵਿੱਚੋਂ ਬੰਦੇ ਨਾ ਲਏ ਜਾਂਦੇ। ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਕਿੱਥੇ ਖੜਦੀ ਅੱਜ? ਪਰ ਅਨਫੋਰਚੂਨੇਟਲੀ ਉਹ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ, ਨਹੀਂ ਹੈਗਾ। ਹੁਣ ਉਹ ਨਾ ਸਰੂਪ ਹੈ ਨਾ ਉਹ ਪਾਰਟੀ ਹੈ, ਨਾ ਜ਼ਰੂਰ ਹੋਏਗਾ, ਪਰ ਉਹ ਜਿਹੜੀ ਪੰਥਕ ਜਮਾਤ ਸੀ, ਔਰ ਪੰਥ ਨਹੀਂ ਜ਼ਿੰਦਾ ਰਹਿ ਸਕਦਾ ਜਿੰਨੀ ਦੇਰ ਤੱਕ ਕੋਈ ਪੰਥਕ ਜਮਾਤ ਨਾ ਹੋਏ। ਨਮਸਕਾਰ, ਸਤਿ ਸ਼੍ਰੀ ਅਕਾਲ, ਮੈਂ ਹਾਂ ਰਿਤੇਸ਼ ਲੱਖੀ ਤੇ ਤੁਸੀਂ ਦੇਖ ਰਹੇ ਹੋ ਦ ਪੰਜਾਬੀ ਲਿੰਕ। ਅੱਜ ਆਪਾਂ ਗੱਲ ਕਰ ਰਹੀ ਹੈ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜਿਹੜਾ ਰੇੜਕਾ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਕਹਿ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਰੇੜਕਾ ਵੱਧਦਾ ਇੱਥੋਂ ਤੱਕ ਆ ਚੁੱਕਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਗੁਰਦੁਆਰੇ ਪ੍ਰਬੰਧ ਨੂੰ ਲੈ ਕੇ ਇੱਕ ਸੋਧ ਬਿੱਲ ਜਿਹੜਾ ਹੈ ਉਹ ਲਿਆਣਾ ਪਿਆ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਬਿੱਲ ਲਿਆਂਦਾ ਜਾਂਦਾ ਹੈ। ਇਸ ਬਾਰੇ ਵਿਆਪਕ ਪੱਧਰ ਉੱਤੇ ਉਹਨਾਂ ਨੇ ਇੱਕ ਸਪੀਚ ਦਿੱਤੀ ਜਿਸ ਵਿੱਚ ਗੁਰਬਾਣੀ ਦੇ ਪ੍ਰਸਾਰਣ ਉੱਤੇ ਏਕਾਧਿਕਾਰ ਮੋਨੋਪੋਲੀ ਜਿਹੜੀ ਹੈ ਇੱਕ ਚੈਨਲ ਵਿਸ਼ੇਸ਼ ਦੀ ਪੀਟੀਸੀ ਚੈਨਲ ਜੋ ਕਿ ਸੁਖਬੀਰ ਸਿੰਘ ਬਾਦਲ ਦਾ ਆਪਣਾ ਚੈਨਲ ਹੈ ਉਸ ਦਾ ਜ਼ਿਕਰ ਉਹਨਾਂ ਨੇ ਕੀਤਾ ਤੇ ਇਸ ਬਿੱਲ ਦੀ ਮਹੱਤਤਾ ਦਾ ਬਖਾਨ ਕੀਤਾ। ਇਸ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਬਹੁਤ ਹੀ ਤਿੱਖੇ ਪ੍ਰਤੀਕਰਮ ਅਕਾਲੀ ਦਲ ਦੇ ਵੇਖਣ ਵਿੱਚ ਆਏ। ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਨੇ ਇਸ ਬਿੱਲ ਨੂੰ ਲਿਆਏ ਜਾਣ ਦੀ ਜਿਹੜੀ ਕੋਸ਼ਿਸ਼ਾਂ ਸੂਬਾ ਸਰਕਾਰ ਦੀਆਂ ਹੈਗੀਆਂ ਨੇ ਉਹਨਾਂ ਨੂੰ ਗਲਤ ਦੱਸਿਆ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੀ ਭਗਵੰਤ ਮਾਨ ਦੇ ਖਿਲਾਫ ਮੋਰਚਾ ਜੋ ਕਿ ਪਹਿਲਾਂ ਹੀ ਖੁੱਲ੍ਹਾ ਸੀ ਉਸ ਨੂੰ ਹੋਰ ਅੱਗੇ ਲਿਜਾਣ ਦੀ ਗੱਲ ਕੀਤੀ ਹੈ। ਸੋ ਇਹ ਪੂਰਾ ਦਾ ਪੂਰਾ ਮੁੱਦਾ ਉਸ ਦੇ ਵਿੱਚ ਜਿਹੜਾ ਪੇਚ ਫਸ ਰਿਹਾ ਹੈ ਉਹ ਪੇਚ ਇਸ ਗੱਲ ਤੇ ਫਸਦਾ ਪਿਆ ਹੈ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਦਰਭ ਵਿੱਚ ਜਿਹੜਾ ਗੁਰਦੁਆਰਾ ਐਕਟ ਹੈ ਉਸ ਦੇ ਵਿੱਚ ਕੋਈ ਤਰਮੀਮ ਕਰਨ ਦਾ ਹੱਕ ਪੰਜਾਬ ਸਰਕਾਰ ਨੂੰ ਹੈ ਜਾਂ ਨਹੀਂ ਹੈ। ਸੋ ਅੱਜ ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਜੀ ਮੌਜੂਦ ਹੈਗੇ ਨੇ ਜੋ ਕਿ ਇੱਕ ਉੱਗੇ ਸਿੱਖ ਚਿੰਤਕ ਵਿਦਵਾਨ ਬੁੱਧੀਜੀਵੀ ਹੈਗੇ ਨੇ, ਸੰਤ ਸਿਪਾਹੀ ਦੇ ਸੰਪਾਦਕ ਰਹਿ ਚੁੱਕੇ ਹੈਗੇ ਨੇ, ਰਹਿਤ ਮਰਿਆਦਾ ਤੇ ਸਿੱਖ ਧਾਰਮਿਕ ਮਸਲਿਆਂ ਤੇ ਅੱਛੀ ਪਕੜ ਰੱਖਦੇ ਨੇ। ਲਾਂਬਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤਾਂ ਪੰਜਾਬੀ ਲਿੰਕ ਉੱਤੇ। ਲਾਂਬਾ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਪ੍ਰਤੀਕਿਰਿਆ ਚਾਹਾਂਗਾ ਤੇ ਮੈਂ ਇਹ ਜ਼ਰੂਰ ਚਾਹਾਂਗਾ ਕਿਉਂਕਿ ਤੁਸੀਂ ਪੇਸ਼ੇ ਤੋਂ ਇੱਕ ਐਡਵੋਕੇਟ ਵੀ ਹੋ,
ਤੁਸੀਂ ਵਕਾਲਤ ਵੀ ਕੀਤੀ ਹੈ, ਸਿੱਖ ਧਾਰਮਿਕ ਮਸਲਿਆਂ ਨੂੰ ਵੀ ਸਮਝਦੇ ਹੋ। ਮੋਟਾ ਸਾਡੇ ਲਿਸਨਰਸ ਤੇ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਸਮਝਾਓ ਕਿ ਇਹ ਵਿਸ਼ੇਸ਼ਾਧਿਕਾਰ ਕਿਸ ਦਾ ਹੋਣਾ ਚਾਹੀਦਾ ਸੀ। ਗੁਰਦੁਆਰਾ ਐਕਟ ਕੀ ਕੇਂਦਰ ਦਾ ਪਾਰਲੀਮੈਂਟ ਦਾ ਐਕਟ ਹੈ ਕਿ ਇਸ ਦੇ ਵਿੱਚ ਪੰਜਾਬ ਸਟੇਟ ਗਵਰਨਮੈਂਟ ਜਾਂ ਵਿਧਾਨ ਸਭਾ ਦੇ ਵਿੱਚ ਕੋਈ ਕਾਨੂੰਨ ਲਿਆਂਦਾ ਜਾ ਸਕਦਾ ਹੈ? ਜੀ, ਬਹੁਤ ਅੱਛਾ ਸਵਾਲ ਹੈ ਔਰ ਮੁੱਢਲਾ ਸਵਾਲ ਹੈ ਜਿਹੜਾ ਸਾਡੀ ਬੁਨਿਆਦ ਨੂੰ ਟੱਚ ਕਰਦਾ ਹੈ। ਹਰ ਸਿੱਖ ਜਿੱਥੇ ਵੀ ਵਸਦਾ ਹੈ ਸਾਰੀ ਦੁਨੀਆ ਦੇ ਵਿੱਚ ਇੱਕ ਅਰਦਾਸ ਕਰਦਾ ਹੈ ਔਰ ਉਸ ਅਰਦਾਸ ਦੇ ਵਿੱਚ ਇੱਕ ਲਫ਼ਜ਼ ਕਹਿੰਦਾ ਹੈ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਪ੍ਰਾਪਤ ਹੋਏ। ਇਹਦਾ ਮਤਲਬ ਹੈ ਮੈਨੇਜਮੈਂਟ ਦਾ ਗੁਰਦੁਆਰਿਆਂ ਦੇ ਪ੍ਰਬੰਧ ਦਾ ਅਧਿਕਾਰ ਕੇਵਲ ਖਾਲਸਾ ਜੀ ਨੂੰ ਹੈ। ਹੁਣ ਉਸ ਪ੍ਰਬੰਧ ਨੂੰ ਬਣਾਉਣ ਲਈ ਜਦੋਂ ਗੁਰਦੁਆਰਾ ਐਕਟ ਸ਼ੁਰੂ ਹੋਇਆ, ਜਦੋਂ ਮੰਗ ਮੰਨੀ ਗਈ ਤਾਂ ਸਰਕਾਰ ਇਹ ਦੇਣ ਨੂੰ ਤਿਆਰ ਨਹੀਂ ਸੀ ਕਿਉਂਕਿ ਉਹ ਮਹੰਤਾਂ ਦੀ ਪਿੱਠ ਦੇ ਉੱਤੇ ਸੀ। ਉਹਦੇ ਲਈ ਬੜੀ ਜਦੋਜਹਿਦ ਹੋਈ, ਬੜੀਆਂ ਕੁਰਬਾਨੀਆਂ ਹੋਈਆਂ ਔਰ ਉਹਨਾਂ ਕੁਰਬਾਨੀਆਂ ਦੇ ਬਾਅਦ ਜਿਹਦਾ ਕੋਈ ਅੰਦਾਜ਼ਾ ਨਹੀਂ, ਗੁਰੂ ਕੇ ਬਾਗ, ਗੰਗਸਰ, ਜੈਤੋ, ਪੰਜਾ ਸਾਹਿਬ, ਨਨਕਾਣਾ ਸਾਹਿਬ, ਇਤਨੀਆਂ ਮਹਾਨ ਸ਼ਹਾਦਤਾਂ। ਔਰ ਸਭ ਤੋਂ ਵੱਡੀ ਗੱਲ ਹੈ ਸਰਦਾਰ ਜਥੇਦਾਰ ਤੇਜਾ ਸਿੰਘ ਸਮੁੰਦਰੀ, ਉਹ ਵਾਈਸ ਪ੍ਰੈਜ਼ੀਡੈਂਟ ਸਨ ਸ਼੍ਰੋਮਣੀ ਕਮੇਟੀ ਦੇ ਔਰ ਜਿਹੜੀ ਸਿਰਫ 44 ਸਾਲ ਦੀ ਉਮਰ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਇਹ ਇਤਨੀਆਂ ਜਿਨ੍ਹਾਂ ਦੇ ਨਾਂ ਤੇ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਹੈ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਾਰਲੀਮੈਂਟ ਕਹਿ ਲਓ, ਹੈੱਡਕੁਆਟਰ ਕਹਿ ਲਓ। ਔਰ ਉਸ ਦੇ ਬਾਅਦ ਇਹ ਹੁਣ ਜਿਹੜਾ ਮਸਲਾ ਆ ਰਿਹਾ ਹੈ ਕਿ ਕੀ ਇਹ ਕੇਂਦਰ ਇਹਦੇ 'ਚ ਬਦਲੀ ਕਰ ਸਕਦਾ ਹੈ ਜਾਂ ਪੰਜਾਬ ਸਰਕਾਰ ਕਰ ਸਕਦੀ ਹੈ। ਅਸਲ ਵਿੱਚ ਦੁਬਿਧਾ ਇਹ ਬਣੀ ਹੋਈ ਹੈ ਕਿ ਜੇ ਉਧਰੋਂ ਕੁਝ ਹੁੰਦਾ ਹੈ ਤੇ ਪੰਜਾਬ ਸਰਕਾਰ ਵੱਲ ਅਸੀਂ ਕਹਿ ਦਿੰਦੇ ਹਾਂ, ਪੰਜਾਬ ਸਰਕਾਰ ਵੱਲੋਂ ਹੁੰਦਾ ਹੈ ਤੇ ਅਸੀਂ ਕੇਂਦਰ ਵੱਲ ਕਹਿ ਦਿੰਦੇ ਹਾਂ। ਹਾਲਤ ਤਾਂ ਇਦਾਂ ਦੀ ਬਣੀ ਹੈ, ਕਬਾਬੇ ਸੀਖ ਹੈ, ਹਮ ਹਰ ਸੂ ਬਦਲਤੇ हैं, ਜਲ ਉੱਠਤਾ ਹੈ ਇਹ ਪਹਿਲੂ ਤੋਂ ਉਹ ਪਹਿਲੂ ਬਦਲਤੇ हैं। ਕਿ ਸੈਂਟਰ ਦੇ ਕੋਲੋਂ ਹੋਣਾ ਚੰਗਾ ਹੈ ਕਿ ਪੰਜਾਬ ਸਰਕਾਰ ਕੋਲੋਂ ਹੋਣਾ ਚੰਗਾ ਹੈ। ਗੱਲ ਬਹੁਤ ਸਿੰਪਲ ਹੈਗੀ ਹੈ ਕਿ ਗੁਰਦੁਆਰਾ ਐਕਟ ਜਿਹੜਾ ਸੀ, ਇਹ ਐਕਟ ਸੀਗਾ, it was a declaration by the king that the king will not interfere in our affairs। ਜਦੋਂ ਉਹਨਾਂ ਨੇ ਦੇ ਦਿੱਤਾ, ਗੁਰਦੁਆਰਾ ਐਕਟ ਪਾਸ ਹੋ ਗਿਆ, ਉਹਦੇ ਬਾਅਦ ਸਰਕਾਰ ਨੇ ਆਪਣਾ ਹੱਥ ਇੱਕ ਪਾਸੇ ਕਰ ਲਿਆ। ਹੁਣ ਤੁਸੀਂ ਇਹਨੂੰ ਜਿੱਦਾਂ ਚਲਾਉਣਾ ਚਲਾਓ, ਅਸੀਂ ਤੁਹਾਨੂੰ ਇਹ ਦੇ ਦਿੱਤਾ ਹੈਗਾ। ਇਹ ਆਪਾਂ ਬ੍ਰਿਟਿਸ਼ ਸਰਕਾਰ, ਲਾਂਬਾ ਜੀ, ਆਪਾਂ ਬ੍ਰਿਟਿਸ਼ ਸਰਕਾਰ ਦੇ ਸਮੇਂ ਦੀ ਗੱਲ ਕਰ ਰਹੇ ਹਾਂ। 1920 ਤੋਂ ਲੈ ਕੇ 1925 ਤੱਕ ਜਿਹੜਾ ਸੰਘਰਸ਼ ਤੁਰਿਆ, ਉਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਇਸ ਐਕਟ ਨੂੰ ਬਣਾਇਆ ਤੇ ਖੁਦ ਇੰਟਰਫੇਅਰ ਕਰਨ ਤੋਂ ਗੁਰੇਜ਼ ਕੀਤਾ। ਲੇਕਿਨ ਇਹ ਪ੍ਰੋਸੈਸ ਕੁਝ ਦਹਾਕੇ ਬਾਅਦ ਫਿਰ ਰਿਵਰਸ ਹੋ ਗਿਆ, ਫਿਰ ਭਾਰਤ ਸਰਕਾਰ ਨੇ ਇੰਟਰਫੇਅਰ ਕਰਨਾ ਸ਼ੁਰੂ ਕਰਤਾ। ਉਹ ਗੱਲ ਇਹ ਹੈਗੀ ਹੈ ਕਿ ਬਹੁਤ ਸਿੰਪਲ ਹੈ ਕਿ ਜਦੋਂ ਇਹ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ, ਉਸ ਵੇਲੇ ਮਹਾਤਮਾ ਗਾਂਧੀ ਨੇ ਇੱਕ ਰਾਏ ਦਿੱਤੀ ਸੀ। ਉਹ ਕਹਿਣ ਲੱਗੇ ਕਿ ਤੁਸੀਂ ਇਦਾਂ ਕਰੋ, ਇਹ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਹੈ ਇਹਨੂੰ ਤਰਕ ਕਰ ਦਿਓ, ਇਹਨੂੰ ਪੈਂਡਿੰਗ ਕਰ ਦਿਓ। ਜਦੋਂ ਮੁਲਕ ਆਜ਼ਾਦ ਹੋ ਗਿਆ ਤੇ ਗੁਰਦੁਆਰੇ ਆਪੇ ਆਜ਼ਾਦ ਹੋ ਜਾਣਗੇ। ਮਗਰ ਉਸ ਵੇਲੇ ਦੀ ਸੂਝਵਾਨ ਔਰ ਦੂਰਦਰਸ਼ਕ, ਜਿਹੜੀ ਦੂਰ ਦ੍ਰਿਸ਼ਟੀ ਰੱਖਣ ਵਾਲੀ ਸਿੱਖ ਲੀਡਰਸ਼ਿਪ ਸੀ, ਉਹ ਇਸ ਝਾਂਸੇ ਵਿੱਚ ਨਹੀਂ ਆਏ। ਅੱਜ ਸਹਿਜੇ ਅਨੁਮਾਨਿਆ ਜਾ ਸਕਦਾ ਹੈ ਜੇ ਗੁਰਦੁਆਰਾ ਐਕਟ ਨਹੀਂ ਹੁੰਦਾ, ਅੱਜ 2000 ਜਿਹੜੀਆਂ ਕਮੇਟੀਆਂ ਹੋਣੀਆਂ ਸੀ ਪੰਜਾਬ ਦੇ ਵਿੱਚ। ਇਹ ਬਹੁਤ ਵੱਡੀ, ਪਰ ਖੈਰ ਜਦੋਂ ਉਹਨਾਂ ਦੀਆਂ ਕੁਰਬਾਨੀਆਂ ਦੇਖੀਆਂ, ਉਹਦੇ ਵਿੱਚ CF ਐਂਡਰਿਊਜ਼ ਵੀ ਆਏ, ਉਹਦੇ ਨਿਊਯਾਰਕ ਟਾਈਮਜ਼ ਦੇ ਕੋਰਸਪੋਂਡੈਂਟ ਵੀ ਇੱਥੇ ਆਏ। ਅਖੀਰ ਦੇ ਵਿੱਚ ਜਦੋਂ ਐਕਟ ਮਿਲ ਗਿਆ, ਮਹਾਤਮਾ ਗਾਂਧੀ ਨੇ ਟੈਲੀਗ੍ਰਾਮ ਦਿੱਤੀ, ਫਸਟ ਡਿਸਾਈਸਿਵ ਬੈਟਲ ਆਫ ਕੰਟਰੀਜ਼ ਫਰੀडम ਵਨ, ਕੰਗ੍ਰੈਚੁਲੇਸ਼ਨ। ਸੋ ਇਹ ਦੇਸ਼ ਦੀ ਆਜ਼ਾਦੀ ਦੀ ਲੜਾਈ ਔਰ ਗੁਰਦੁਆਰਿਆਂ ਦੀ ਆਜ਼ਾਦੀ ਦੀ ਲੜਾਈ ਇਕਸਾਰ ਹੋ ਕੇ ਚੱਲੀ। 1925 ਤੋਂ 47 ਤੱਕ ਇਹਨਾਂ ਨੇ ਕਦੀ ਵੀ ਕੋਈ ਜਿਹੜਾ ਸੀਗਾ ਕੁਝ ਨਹੀਂ ਕੀਤਾ, ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਪਰ 1947 ਤੋਂ ਇਮੀਡੀਏਟ ਬਾਅਦ ਜਿਹੜੀ ਇਹਨਾਂ ਦੀ ਅਕਾਲੀਆਂ ਦੀ ਇੰਨੀ ਕੁਰਬਾਨੀ ਸੀ, ਉਹਨਾਂ ਨੇ ਚੁੱਕ ਕੇ ਪਹਿਲਾ ਕੰਮ ਕੀਤਾ, ਇਮੀਡੀਏਟਲੀ ਮਾਸਟਰ ਤਾਰਾ ਸਿੰਘ ਨੂੰ ਜੇਲ੍ਹ ਵਿੱਚ ਬੰਦ ਕੀਤਾ, ਅਲਮੋੜਾ। ਔਰ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਨੂੰ ਖੁਰਾਕ ਬੰਦ ਕਰ ਦਿੱਤੀ। ਔਰ ਰਿਕਾਰਡ ਦੇ ਉੱਤੇ ਹੈ ਕਿ ਡਾਕਟਰ ਰਜਿੰਦਰਾ ਪ੍ਰਸਾਦ, ਪ੍ਰੈਜ਼ੀਡੈਂਟ ਆਫ ਇੰਡੀਆ, ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਚਿੱਠੀ ਲਿਖਣੀ ਪਈ ਕਿ ਤੁਸੀਂ ਇਹ ਕੰਮ ਨਾ ਕਰੋ। ਇੱਥੇ ਲਾਂਬਾ ਸਾਹਿਬ, ਮੈਂ ਆਈਲ ਕਮ ਬੈਕ ਟੂ ਦਾ ਮੇਨ ਥੀਮ। ਜਿਹੜਾ ਆਪਾਂ ਮੇਨ ਥੀਮ ਤੇ ਵਾਪਸ ਆਈਏ, ਮੁੱਦਾ ਇਹ ਹੈ ਵੀ ਚੰਗਾ ਕੀ ਹੈ, ਮਾੜਾ ਕੀ ਹੈ, ਇਹ ਵਿਸ਼ਾ ਨਹੀਂ ਹੈ। ਇਸ ਵਕਤ ਲੀਗਲੀ ਟੈਕਨੀਕਲੀ ਕਰੈਕਟ ਕੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਕਾਨੂੰਨ ਜਿਹੜਾ ਲਿਆਂਦਾ ਗਿਆ ਉਹ ਸਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਸਰਕਾਰ ਦਾ ਐਕਟ ਹੈ, ਸੋ ਕੇਂਦਰ ਦੇ ਕੋਲ ਹੋਣਾ, ਇਸ ਦੀਆਂ ਤਾਕਤਾਂ ਹੋਣਾ, ਪਾਰਲੀਮੈਂਟ ਦਾ ਇੱਕ ਐਕਟ ਹੋਣਾ, ਉਹ ਇੱਕ ਪਹਿਲਾਂ ਹੀ ਅਨੋਮਲੀ ਸੀ, ਉਹ ਪਹਿਲਾਂ ਹੀ ਇੱਕ ਗਲਤੀ ਸੀ ਜਿਸ ਨੂੰ ਸੁਧਾਰ ਨਹੀਂ ਪਾਏ। ਅਕਾਲੀ ਦਲ ਕਹਿ ਲਈਏ, SGPC ਦੀ ਲੀਡਰਸ਼ਿਪ ਕਹਿ ਲਈਏ, ਉਹ ਆਪਣੇ ਹੱਕਾਂ ਦੀ ਲੜਾਈ ਨੂੰ ਲੜ ਨਹੀਂ ਪਏ ਨੇ। ਦਹਾਕਿਆਂ ਦੇ ਵਿੱਚ ਇਹਨਾਂ ਨੇ ਵਿਸ਼ੇ ਚੁੱਕੇ ਨਹੀਂ। ਲੇਕਿਨ ਅੱਜ ਜੇ ਅਸੈਂਬਲੀ ਦੇ ਵਿੱਚ ਇੱਕ ਐਕਟ ਆ ਰਿਹਾ ਤਾਂ ਦੁਹਾਈ ਦਿੱਤੀ ਜਾ ਰਹੀ ਹੈ ਜੀ ਤਾਂ ਪਾਰਲੀਮੈਂਟ ਦਾ ਐਕਟ ਹੈ, ਇਹਦੇ ਵਿੱਚ ਤਾਂ ਪਾਰਲੀਮੈਂਟ ਦੇ ਵਿੱਚ ਸੋਧ ਹੋਣਾ ਚਾਹੀਦਾ ਸੀ। ਜੀ ਜੀ,
ਗੱਲ ਇਹ ਹੈਗੀ ਹੈ ਕਿ ਨਾ ਤਾਂ ਪੰਜਾਬ ਸਰਕਾਰ ਇਹਦੇ 'ਚ ਕੋਈ ਤਰਮੀਮ ਕਰ ਸਕਦੀ ਹੈ, ਨਾ ਕੇਂਦਰ ਕਰ ਸਕਦੀ ਹੈ। ਮਗਰ ਜਿਹੜੀ ਰਿਐਲਿਟੀ ਹੈਗੀ ਹੈ ਕਿ 1956 ਦੇ ਵਿੱਚ ਜਦੋਂ ਇਹਨਾਂ ਨੇ ਪੈਪਸੂ ਦੇ ਗੁਰਦੁਆਰੇ ਸ਼ਾਮਲ ਕੀਤੇ ਔਰ ਬਗੈਰ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਦੇ ਕੀਤੇ, ਉਸ ਵੇਲੇ ਇਹਨਾਂ ਨੇ ਐਜੀਟੇਸ਼ਨ ਸ਼ੁਰੂ ਕੀਤੀ, ਪਰ ਅਲਟੀਮੇਟਲੀ ਜਿਹੜਾ ਸੀਗਾ ਇਹਨਾਂ ਨੂੰ ਇਹ ਹੋਇਆ ਕਿ ਇਹਦੇ ਨਾਲ ਕੌਮ ਦੀ ਤਾਕਤ ਵਧੇਗੀ। 1959 ਵਿੱਚ ਕੇਂਦਰ ਸਰਕਾਰ ਨੇ ਸਹਿਜਧਾਰੀ ਦੇ ਨਾਂ ਥੱਲੇ ਗੁਰਦੁਆਰਿਆਂ ਨੇ ਕਬਜ਼ੇ ਕਰਨ ਲਈ ਇੱਕ ਅਮੈਂਡਮੈਂਟ ਕੀਤੀ। 1960 ਵਿੱਚ ਸਾਧ ਸੰਗਤ ਬੋਰਡ ਬਣਾ ਕੇ ਪ੍ਰਤਾਪ ਸਿੰਘ ਕੈਰੋਂ ਨੇ ਜਿਹੜੀ ਸੀ ਅਮੈਂਡਮੈਂਟ ਕੀਤੀ, ਉਹਦੇ ਵਿੱਚ ਬੋਰਡ ਬਣਾਏ ਔਰ 1966 ਵਿੱਚ ਤਾਂ ਹੱਦ ਹੀ ਮੁਕਾ ਦਿੱਤੀ। ਰੀਆਰਗੇਨਾਈਜੇਸ਼ਨ ਐਕਟ ਬਣਾ ਕੇ ਉਹਨਾਂ ਨੇ ਸਾਰੇ ਅਧਿਕਾਰ ਜਿਹੜੇ ਸੀਗੇ ਇਹਨੂੰ ਇੱਕ ਕਾਰਪੋਰੇਟ ਡਿਕਲੇਅਰ ਕਰਕੇ ਕੇਂਦਰ ਨੇ ਆਪਣੇ ਅਧੀਨ ਕਰ ਲਏ ਔਰ ਉਸ ਦੇ ਵਿੱਚ ਉਹ ਨੋਟੀਫਿਕੇਸ਼ਨ ਨਾਲ ਅਮੈਂਡਮੈਂਟ ਕਰਦੇ ਰਹੇ, ਜਿਹੜਾ ਬਾਅਦ ਵਿੱਚ ਸੁਪਰੀਮ ਕੋਰਟ ਨੇ ਰਿਜੈਕਟ ਕਰ ਦਿੱਤੀ ਕਿ ਐਕਟ ਦੀ ਤਰਮੀਮ ਨਹੀਂ ਹੋ ਸਕਦੀ। ਹੁਣ ਉਸ ਦੇ ਬਾਅਦ ਲਾਸਟ ਜਿਹੜੀ ਐਫਰਟ ਕੀਤੀ ਗਈ 1999 ਵਿੱਚ ਜਸਟਿਸ ਹਰਬੰਸ ਸਿੰਘ ਨੇ ਬਹੁਤ ਖਤਰਨਾਕ ਐਕਟ ਲਿਆ ਕੇ ਆਂਦਾ, ਜਿਹਦੇ ਸਾਰੀ ਪਰਿਭਾਸ਼ਾ ਚੇਂਜ ਕਰਤੀ ਔਰ ਗੁਰਦੁਆਰਿਆਂ ਦੀ ਮੈਨੇਜਮੈਂਟ ਹਮੇਸ਼ਾ ਲਈ ਸਿੱਖਾਂ ਕੋਲੋਂ ਖੁੱਸ ਜਾਣੀ ਸੀ। ਹੁਣ ਸਵਾਲ ਇਹ ਹੈ ਕਿ ਕੇਂਦਰ ਵੱਲੋਂ ਜਾਇਜ਼ ਹੈ ਕਿ ਪੰਜਾਬ ਵੱਲੋਂ ਜਾਇਜ਼ ਹੈ? ਇਹ ਉਦਾਂ ਦੀ ਗੱਲ ਹੈ ਜਿਵੇਂ ਬੱਕਰੇ ਨੂੰ ਪੁੱਛਿਆ ਜਾਏ, ਦੱਸ ਤੇਰੇ ਲਈ ਝਟਕਾ ਚੰਗਾ ਹੈ ਕਿ ਹਲਾਲ ਚੰਗਾ ਹੈ, ਉਹ ਕਹੇਗਾ ਹਰ ਦੋ ਲਾਨਤ ਹੈ। ਸੋ ਗੁਰਦੁਆਰਿਆਂ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਕੋਈ ਵੀ ਜਿਹੜੀ ਤਰਮੀਮ ਹੈ ਉਹ ਸ਼ੁਰੂ ਤੋਂ ਇੱਕ ਪਰੰਪਰਾ ਵੀ ਰਹੀ ਹੈ ਔਰ ਸਿਕੰਦਰ ਬਲਦੇਵ ਸਿੰਘ ਪੈਕਟ 1942 ਦਾ, ਉਹਦੇ ਬਾਅਦ ਇਹਨਾਂ ਦਾ 1959 ਵਿੱਚ ਮਾਸਟਰ ਤਾਰਾ ਸਿੰਘ ਨਹਿਰੂ ਪੈਕਟ ਹੋਇਆ, ਉਹਦੇ ਵਿੱਚ ਵੀ ਕਲੀਅਰ ਲਿਖਿਆ ਗਿਆ। ਮਗਰ ਇਸ ਦੇ ਬਾਅਦ ਜਿਹੜਾ ਹੈ ਸਰਕਾਰ ਲਾਲਸਾ ਨਹੀਂ ਛੱਡਦੀ, ਗੁਰਦੁਆਰਿਆਂ ਦੇ ਵਿੱਚ ਵਿੰਗੇ ਟੇਢੇ ਤਰੀਕੇ ਨਾਲ ਕਦੀ ਦਿੱਲੀ ਦੇ ਗੁਰਦੁਆਰਿਆਂ ਤੇ ਕਦੀ ਬਾਹਰਲੇ ਗੁਰਦੁਆਰਿਆਂ ਤੇ, ਔਰ ਅਲਟੀਮੇਟਲੀ ਇਹ ਲੜਾਈ ਬੜੀ ਲੰਬੀ ਹੈ। ਪਰ ਇੱਕ ਚੀਜ਼ ਹੈ ਕਿ ਜੇ ਤਾਂ ਅਕਾਲੀ, ਜੇ ਤਾਂ ਸਿੱਖ ਉਹ 1920 ਤੋਂ ਲੈ ਕੇ 25 ਤੱਕ ਦਾ ਇਤਿਹਾਸ ਪੜ੍ਹ ਲੈਣਗੇ ਔਰ ਜੇ ਤੇ ਉਸ ਪਰੰਪਰਾ ਦੇ ਉਸ ਜਜ਼ਬੇ ਨਾਲ ਲੜਨਗੇ ਫਿਰ ਤਾਂ ਜਿੱਤ ਜਾਣਗੇ, ਨਹੀਂ ਤਾਂ ਇਹ ਫਿਰ ਇੱਕ ਸਮੇਂ ਦੀ ਗੱਲ ਹੈ ਕਿ ਕਦੋਂ ਇਹਨਾਂ ਦੇ ਹੱਥੋਂ ਇਹ ਗੁਰਦੁਆਰੇ ਖੁੱਸ ਜਾਂਦੇ। ਜੋ ਤੁਸੀਂ ਲਾਂਬਾ ਸਾਹਿਬ ਜੋ ਤੁਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ, ਜਿੱਥੇ ਤੱਕ ਮੈਂ ਉਸ ਚੀਜ਼ ਨੂੰ ਫੋਲੋ ਕਰ ਪਾ ਰਿਹਾ, ਮੁੱਦਾ ਬਹੁਤ ਕਲੀਅਰ ਹੈ ਕਿ ਇਹ ਪਾਰਲੀਮੈਂਟ ਦਾ ਐਕਟ ਤਾਂ ਬਣਿਆ, ਲੇਕਿਨ ਇਸ ਦੇ ਵਿੱਚ ਨਾ ਤਾਂ ਕੇਂਦਰ ਸਰਕਾਰ ਤੇ ਨਾ ਹੀ ਪੰਜਾਬ ਸਰਕਾਰ ਕਿਸੇ ਨੂੰ ਦਖਲ ਦੇਣਾ ਆਈਡੀਅਲੀ ਚਾਹੀਦਾ ਸੀ। ਲੇਕਿਨ ਚੂੰਕਿ ਇਹ ਬਣਦੇ ਐਕਟ ਬਣ ਗਿਆ, ਉਸ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਜੇ ਕੋਈ ਤਰਮੀਮ ਹੋਏ ਤਾਂ ਹੋ ਸਕਦੀ ਹੈ, ਲੇਕਿਨ ਉਹ ਵੀ ਆਪਣੇ ਆਪ ਦੇ ਵਿੱਚ ਗਲਤ ਹੈ। ਐਮ ਆਈ ਰਾਈਟ? ਜੀ ਬਿਲਕੁਲ ਠੀਕ ਹੈ, ਨਹੀਂ ਕਰ ਸਕਦੇ। ਸੋ ਪਾਰਲੀਮੈਂਟ ਦੇ ਵਿੱਚ ਵੀ ਜੇ ਅੱਜ ਕੋਈ ਐਸਜੀਪੀਸੀ ਦੇ ਪ੍ਰਧਾਨ ਜਾਂ ਫਿਰ ਅਕਾਲੀ ਦਲ ਦੀ ਲੀਡਰਸ਼ਿਪ ਇਹ ਕਹਿ ਰਹੀ ਹੈ ਕਿ ਜੀ ਪਾਰਲੀਮੈਂਟ ਦੇ ਵਿੱਚ ਜੇ ਹੋ ਸਕੇ ਤਾਂ ਹੋ ਸਕੇ, ਇੱਥੇ ਨਹੀਂ ਹੋਣਾ ਚਾਹੀਦਾ, ਉਹ ਵੀ ਆਪਣੇ ਆਪ ਵਿੱਚ ਗਲਤ ਹੈ। ਆਪਣੇ ਹੱਕਾਂ ਦੇ ਉੱਤੇ ਆਪਣੇ ਹਕੂਕਾਂ ਦੀ ਜਿਹੜੀ ਲੜਾਈ ਤਾਂ ਉਹਨਾਂ ਨੇ ਖੁਦ ਹੀ ਕਈ ਸਾਲਾਂ ਤੋਂ ਨਹੀਂ ਲੜੀ, ਭੁੱਲ ਗਏ ਨੇ, ਡੈਕੇਡਸ 올ਡ ਲੜਾਈ ਭੁੱਲ ਚੁੱਕੇ ਨੇ। ਅੱਜ ਜੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਲੈ ਨੇ ਤਾਂ ਇਹਨਾਂ ਨੂੰ ਕਾਫੀ ਤਕਲੀਫ ਹੋ ਰਹੀ ਹੈ। ਜੀ, ਉਹਦੇ ਚ ਮੈਂ ਇੱਕ ਚੀਜ਼ ਜ਼ਰੂਰ ਐਡ ਕਰਨੀ ਚਾਹਾਂਗਾ ਕਿ ਅਗਰ ਅੱਜ ਕੇਂਦਰ ਨੂੰ ਕਹਿ ਰਹੇ ਹੈ ਕਿ ਉਹ ਕਰ ਸਕਦੇ ਆ, ਇਹ ਬਹੁਤ ਵੱਡਾ ਟ੍ਰੈਪ ਹੈ, ਇਹ ਬਹੁਤ ਵੱਡੀ ਇੱਕ ਉਹਦੇ ਵਿੱਚ ਫਸ ਜਾਣਗੇ। ਔਰ ਕਿਉਂ ਨਹੀਂ ਕਰ ਪਾ ਰਹੇ, ਲਾਂਭੇ ਦੀ ਗੱਲ ਨਹੀਂ ਹੈਗੀ। ਜਿਹੜਾ ਇਹ ਸਭ ਤੋਂ ਵੱਡਾ ਦੁਖਾਂਤ ਸਿੱਖ ਕੌਮ ਨਾਲ ਹੋਇਆ ਹੈ ਉਹ ਇਤਿਹਾਸਕ 300 ਸਾਲਾਂ ਦੇ ਵਿੱਚ ਉਹ ਸੀ ਬਲੂ ਸਟਾਰ, ਔਰ ਉਹਦੇ ਵਿੱਚ ਟੋੜਾ ਸਾਹਿਬ ਦਾ ਬਿਆਨ ਦਰਜ ਹੈ ਹਾਈ ਕੋਰਟ ਤੇ ਕੋਰਟ ਦੇ ਵਿੱਚ, ਦਿੱਲੀ ਕੋਰਟ ਵਿੱਚ ਉਹਨਾਂ ਨੇ ਬਿਆਨ ਦਰਜ ਕਰਾਇਆ ਸੀ ਕਿ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਤੁਸੀਂ ਅਕਾਲ ਤਖਤ ਸਾਹਿਬ ਤੋਂ ਮੋਰਚੇ ਲਗਾਉਂਦੇ ਹੋ, ਇਹ ਨਹੀਂ ਹੋਣ ਦਿਆਂਗੇ, ਇਸ ਕਰਕੇ ਸਾਰਾ ਕੁਝ ਹੋਇਆ। ਇਹਦਾ ਮਤਲਬ ਹੈ ਕਿ ਅਕਾਲੀ ਜਿਵੇਂ ਸ਼ੇਰ ਸ਼ਿਕਾਰ ਕਰਨਾ ਭੁੱਲ ਜਾਏ ਫਿਰ ਉਸ ਨੂੰ ਆਦਤ ਹੀ ਨਹੀਂ ਰਹਿੰਦੀ। ਅਕਾਲੀ ਜਿਹੜੇ ਆ ਇਹ ਫੈਕਟ ਹੈ ਕਿ 1984 ਤੋਂ ਬਾਅਦ ਕਿਸੇ ਮੰਗ ਲਈ ਕੋਈ ਮੋਰਚਾ ਨਹੀਂ ਲੱਗਾ, ਕਿਸੇ ਮੰਗ ਨੂੰ ਪੂਰੀ ਤਰ੍ਹਾਂ ਇਹਨਾਂ ਨੇ ਅੱਗੇ ਨਹੀਂ ਪੇਸ਼ ਕੀਤਾ ਔਰ ਹਰ ਮੰਗ ਜਿਹੜੀ ਵੀ ਕਰਦੇ ਰਹੇ ਆ ਉਹ ਗਿਣਾਉਣ ਦੀ ਲੋੜ ਨਹੀਂ। ਜੇ ਇਹ ਕਹਿ ਲਿਆ ਜਾਏ ਕਿ 75 ਮੰਗਾਂ ਦੀ ਇੱਕ ਲਿਸਟ ਹੈ, ਉਹਨਾਂ ਚੋਂ ਇੱਕ ਵੀ ਪੂਰੀ ਨਹੀਂ ਹੋਈ, ਹੁਣ ਇਸ ਦੇ ਉੱਤੇ ਕਿਸ ਤਰ੍ਹਾਂ ਇਹ ਕਰ ਸਕਣਗੇ ਇਹ ਕਹਿਣਾ ਮੁਸ਼ਕਲ ਹੈ। ਪਰ ਇਤਿਹਾਸ ਜਿਹੜਾ ਗਵਾਹ ਹੈ, ਜੇ ਤਾਂ ਆਪਣੇ ਗੁਰਦੁਆਰਾ ਸੁਧਾਰ ਲਹਿਰ ਜਿਹਨੇ ਬਜ਼ੁਰਗਾਂ ਨੇ ਇਹਨਾਂ ਨੂੰ ਗੁਰਦੁਆਰਾ ਐਕਟ ਬਣਾ ਕੇ ਦਿੱਤਾ, ਜੇ ਤੇ ਉਸ ਨੂੰ ਫਾਲੋ ਕਰਨਗੇ ਫਿਰ ਤਾਂ ਬਚ ਜਾਏਗਾ, ਨਹੀਂ ਤਾਂ ਖਾਲੀ ਬਿਆਨ ਦੇ ਦੇਣੇ ਔਰ ਅਪਮੈਨਸ਼ਿਪ ਹੋ ਜਾਣੀ, ਚਲੋ ਉਹਨੂੰ ਕਹਿਤਾ ਮਾੜਾ, ਉਹਨੂੰ ਕਹਿਤਾ ਚੰਗਾ, ਇਹ ਇੱਕ ਅਕੈਡਮਿਕ ਵਿਸ਼ਾ ਰਹਿ ਜਾਏਗਾ। ਲਾਂਬਾ ਸਾਹਿਬ, ਆਪਾਂ ਹੁਣ ਗੱਲ ਕਰੀਏ ਪੀਟੀਸੀ ਚੈਨਲ ਦੀ ਤੇ ਗੁਰਬਾਣੀ ਦੇ ਪ੍ਰਸਾਰਣ ਦੀ। ਇਹ ਗੱਲ ਤੁਹਾਡੀ ਬਿਲਕੁਲ ਦੁਰਸਤ ਹੈ। ਜੋ ਤੁਸੀਂ ਟੈਕਨੀਕਲ ਲੀਗਲ ਨੁਕਤੇ ਤੇ ਇੱਕ ਗੁਰਦੁਆਰਾ ਸੁਧਾਰ ਲਹਿਰ ਤੋਂ ਅਕਾਲੀ ਦਲ ਜਨਮ ਲੈਂਦਾ ਹੈ ਤੇ ਅਕਾਲੀ ਦਲ ਫਿਰ
ਐਸਜੀਪੀਸੀ ਦਾ ਐਕਟ ਨੂੰ ਬਣਾਉਣ ਦੇ ਵਿੱਚ ਸੰਘਰਸ਼ ਕਰਦਾ, ਲੇਕਿਨ ਉਹ ਇੱਕ ਵੱਖਰਾ ਅਕਾਲੀ ਦਲ ਸੀ। ਅੱਜ ਜਿਹੜੀ ਗੱਲ ਕੀਤੀ ਜਾ ਰਹੀ ਹੈ, ਜੋ ਕਿਹਾ ਜਾ ਰਿਹਾ ਕਿ ਸਰਕਾਰ ਦਖਲ ਦੇ ਰਹੀ ਹੈ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਉੱਤੇ, ਅਕਾਲੀ ਦਲ ਪ੍ਰਧਾਨ ਕਹਿੰਦੇ ਨੇ ਹੱਲਾ ਬੋਲਿਆ ਜਾ ਰਿਹਾ ਹੈ, ਐਡਵੋਕੇਟ ਧਾਮੀ ਦੁਹਾਈਆਂ 'ਚ ਪਾ ਰਹੇ ਨੇ, ਲੇਕਿਨ ਇਹਨਾਂ ਦੀ ਪੂਰੀ ਲੜਾਈ ਆਪਣੇ ਪਾਰਟੀ ਦੇ ਪ੍ਰਧਾਨ ਦੇ ਨਿੱਜੀ ਟੀਵੀ ਚੈਨਲ ਦੇ ਉੱਤੇ ਗੁਰਬਾਣੀ ਦੇ ਪ੍ਰਸਾਰਣ ਬਚਿਆ ਰਹਿ ਸਕੇ, ਇਸ ਗੱਲਬਾਤ ਨੂੰ ਲੈ ਕੇ ਹੋ ਰਹੀ ਹੈ। ਕਿਉਂਕਿ ਜੇ ਗੁਰਬਾਣੀ ਦੇ ਪ੍ਰਸਾਰਣ ਦਾ ਵਿਸ਼ਾ ਨਾ ਹੁੰਦਾ ਤਾਂ ਸ਼ਾਇਦ ਪੰਜਾਬ ਵਿਧਾਨ ਸਭਾ ਦੇ ਵਿੱਚ ਇਸ ਕਾਨੂੰਨ ਨੂੰ ਲਿਆਉਣ ਦੀ ਨੌਬਤ ਮੁੱਖ ਮੰਤਰੀ ਨੂੰ ਜਾਂ ਪੰਜਾਬ ਸਰਕਾਰ ਨੂੰ ਨਾ ਆਉਂਦੀ। ਸੋ ਸਿਰਫ ਗੁਰਬਾਣੀ ਦੇ ਪ੍ਰਸਾਰਣ ਦੇ ਇੱਕ ਟੀਵੀ ਚੈਨਲ ਵਿਸ਼ੇਸ਼ ਨੂੰ ਰਾਈਟਸ, ਇਸ ਲਈ ਜਿਹੜੀ ਲੜਾਈ ਹੈ ਇਸ ਨੂੰ ਤੁਸੀਂ ਕਿੰਨੀ ਕੁ ਸੌੜੀ ਲੜਾਈ ਮੰਨਦੇ ਹੋ, ਕਿੰਨੀ ਕੁ ਸਿकुड़ी ਹੋਈ ਲੜਾਈ ਮੰਨਦੇ ਹੋ? ਬਹੁਤ ਹੀ ਸਪਸ਼ਟ ਹੈ ਕਿ ਇਹ ਠੀਕ ਹੈ ਕਿ ਇਸ ਨੂੰ ਬਹਾਨਾ ਬਣਾ ਕੇ, ਇਸ ਨੂੰ ਇੱਕ ਲੈ ਕੇ, ਇਸ ਇਸ਼ੂ ਨੂੰ ਲੈ ਕੇ ਇਹ ਸਾਰੀ ਕੀਤੀ ਗਈ ਹੈ। ਪਰ ਇਸ ਦੇ ਲਈ ਇਹ ਬਹੁਤ ਸਪਸ਼ਟ ਹੈ ਕਿ ਜਦੋਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸਨ, ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਹਿਦਾਇਤ ਜਾਰੀ ਕੀਤੀ ਕਿ ਤੁਸੀਂ ਆਪਣਾ ਟਰਾਂਸਮੀਟਰ ਲਗਾਓ, ਆਪਣਾ ਚੈਨਲ ਬਣਾਓ। ਔਰ ਉਹਨਾਂ ਨੇ ਇੱਕ ਭਗਵੰਤ ਮਾਨ ਨੂੰ ਵੀ ਕਿਹਾ ਸੀ ਕਿ ਅਗਰ ਤੁਸੀਂ ਵਾਕਈ ਸਿੰਸੀਅਰ ਹੈਗੇ ਹੋ ਤੇ ਇੱਕ ਕੰਮ ਕਰੋ, ਤੁਸੀਂ ਉਹ ਟਰਾਂਸਮੀਟਰ ਲਗਾਉਣ ਲਈ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾਓ ਕਿ ਉਹਨਾਂ ਨੂੰ ਕਰੋ ਕਿ ਉਹ ਸਾਰੀ ਸਹੂਲਤ ਜਿਹੜੀ ਹੈ ਪ੍ਰਦਾਨ ਕਰੇ। ਔਰ ਇਸ ਦੇ 'ਚ ਇੱਕ ਚੀਜ਼ ਹੋਰ ਹੈ, ਇਹ ਮੰਗ ਟਰਾਂਸਮੀਟਰ ਲਗਾਉਣ ਦੀ ਇਹ ਕੋਈ ਨਵੀਂ ਨਹੀਂ ਹੈ। ਜਿਹੜਾ ਧਰਮ ਯੁੱਧ ਮੋਰਚੇ ਦੇ ਵਿੱਚ ਜਿਹੜੀ 42 ਮੰਗਾਂ ਦੀ ਲਿਸਟ ਦਿੱਤੀ ਗਈ ਸੀ ਭਾਰਤ ਸਰਕਾਰ ਨੂੰ, ਉਹਦੇ ਵਿੱਚ ਵੀ ਅੰਕਿਤ ਹੈ ਕਿ ਇਹ ਸਿੱਖਾਂ ਨੂੰ ਹਰਮੰਦਰ ਸਾਹਿਬ ਦੇ 'ਚ ਆਪਣਾ ਟਰਾਂਸਮੀਟਰ ਲਗਾਇਆ ਜਾਏ ਤਾਂ ਕਿ ਉਹ ਬੀਮ ਜਿਹੜੀ ਹੈ ਇੰਟਰਨੈਸ਼ਨਲੀ ਦੇਣ, ਤਾਂ ਕਿ ਨਾ ਤਾਂ ਕਿਸੇ ਟੀਵੀ ਚੈਨਲ ਦੀ ਨਾ ਕਿਸੇ ਹੋਰ ਚੀਜ਼ ਦੀ ਲੋੜ ਹੋਏ। ਪਰ ਉਹ ਚੀਜ਼ ਹੋਈ ਨਹੀਂ। ਬਾਕੀ ਰਹਿ ਗਈ ਗੱਲ, ਇੱਕ ਗੱਲ ਆਪ ਜੀ ਕਹਿ ਰਹੇ ਹੋ ਕਿ ਉਹ ਕਿਸੇ ਪਾਰਟਿਕੂਲਰ ਟੀਵੀ ਚੈਨਲ ਦਾ ਜਿਹਦੇ 'ਚ ਪ੍ਰਬੰਧਕਾਂ ਦਾ ਆਪਣਾ ਇੰਟਰਸਟ ਹੈ, ਉਹ ਹਰਮੰਦਰ ਸਾਹਿਬ ਤੇ ਬਹੁਤ ਵੱਡਾ ਹੈ। ਸਾਰਾ ਸੰਸਾਰ ਹਰ ਵੇਲੇ, ਹਰ ਦਿਲ ਦੇ ਵਿੱਚ ਜਿਹੜੀ ਹੈ ਹਰ ਵੇਲੇ ਰੋਜ਼ ਕਹਿੰਦੇ ਹੈ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਦਿਨ ਰਾਤ ਪੜ੍ਹਦੇ ਹੈ। ਹੁਣ ਜੇਕਰ ਉਸ ਹਰਮੰਦਰ ਸਾਹਿਬ ਜਾਂ ਇੱਕ ਆਮ ਗੁਰਦੁਆਰੇ ਦੇ ਵਿੱਚ ਵੀ ਜੇਕਰ ਉਸ ਦੇ ਪ੍ਰਬੰਧਕ ਜਾਂ ਪ੍ਰਧਾਨ ਜਾਂ ਕੋਈ ਹੋਰ ਜਿਹੜੇ ਮੈਨੇਜਮੈਂਟ ਵਾਲੇ ਉਹਨਾਂ ਦਾ ਆਪਣਾ ਬਿਜ਼ਨਸ ਇੰਟਰਸਟ ਹੋਏਗਾ ਤਾਂ ਉਹ ਜ਼ਰੂਰ ਲੀਗਲੀ ਇੱਕ ਪਾਸੇ ਹੈ, ਪਰ ਉਹ ਇੱਕ ਸਹੀ ਨਹੀਂ ਲੱਗੇਗਾ। ਬਾਕੀ ਮੈਂ ਇੱਕ ਐਨੈਕਡੋਟ ਜ਼ਰੂਰ ਕਹਿਣੀ ਚਾਹਾਂਗਾ ਕਿ ਮਾਸਟਰ ਤਾਰਾ ਸਿੰਘ ਨੇ ਆਪਣੀ ਬਾਇਓਗ੍ਰਾਫੀ 'ਚ ਲਿਖਿਆ, ਕਹਿੰਦੇ ਮੈਂ 5ਵੀਂ ਜਮਾਤ 'ਚ ਪੜ੍ਹਦਾ ਸੀ ਤਾਂ ਸਾਡੇ ਸਕੂਲ ਵਿੱਚ ਕਹਿੰਦੇ ਆ ਗਿਆ, ਪਿੰਡ ਦੇ ਵਿੱਚ ਕਮਿਸ਼ਨਰ ਆ ਗਿਆ, ਅੰਗਰੇਜ਼ ਕਮਿਸ਼ਨਰ। ਉਹਨੇ ਆ ਕੇ ਪਿੰਡ ਵਾਲਿਆਂ ਨੂੰ ਪੁੱਛਿਆ, ਦੱਸੋ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈ, ਕੋਈ ਤਕਲੀਫ ਹੈ? ਸਾਰੇ ਕਹਿਣ ਲੱਗੇ ਜੀ ਬਿਲਕੁਲ ਠੀਕ ਹੈ। ਕੋਈ ਨਾ ਬੋਲਿਆ ਤੇ ਅਚਾਨਕ ਇੱਕ ਮੁੰਡਾ ਖੜਾ ਹੋ ਗਿਆ, ਜਵਾਨ ਮੁੰਡਾ ਸੀ। ਉਹਨੂੰ ਕਮਿਸ਼ਨਰ ਨੂੰ ਕਹਿੰਦਾ ਜੀ ਤੁਹਾਡਾ ਜਿਹੜਾ ਪਟਵਾਰੀ ਹੈ ਇਹਦੀ ਕੀ ਕੁਆਲੀਫਿਕੇਸ਼ਨ ਹੈ? ਉਹ ਕਹਿੰਦਾ ਕੀ ਗੱਲ? ਕਹਿੰਦਾ ਨਹੀਂ ਮੈਂ ਵੈਸੇ ਪੁੱਛ ਰਿਹਾ। ਉਹਨੇ ਕਿਹਾ ਜੀ ਇਹ 5ਵੀਂ ਪਾਸ ਹੈ। ਕਹਿੰਦਾ ਤੁਸੀਂ ਇਹਨੂੰ ਕਿੰਨੀ ਤਨਖਾਹ ਦਿੰਦੇ ਹੋ? ਕਹਿੰਦੇ ਜੀ ਅਸੀਂ ਇਹਨੂੰ 20 ਰੁਪਏ ਦਿੰਨੇ ਆ। ਉਹ ਕਹਿਣ ਲੱਗਾ ਠੀਕ ਹੈ। ਉਹ ਅੰਗਰੇਜ਼ ਕਹਿਣ ਲੱਗਾ ਨਹੀਂ ਤੂੰ ਗੱਲ ਦੱਸ ਕੀ ਹੈਗੀ ਹੈ। ਉਹ ਕਹਿਣ ਲੱਗਾ ਜੀ ਇਹ 5ਵੀਂ ਪਾਸ ਹੈ, ਤੁਸੀਂ ਉਹਨੂੰ 20 ਰੁਪਏ ਦਿੰਦੇ ਹੋ। ਏਦਾਂ ਹੈਗਾ, ਮੈਂ ਮੈਟ੍ਰਿਕ ਪਾਸ ਹਾਂ, ਮੈਂ ਤੁਹਾਨੂੰ 100 ਰੁਪਏ ਮਹੀਨਾ ਦੇ ਦਿਆ ਕਰਾਂਗਾ, ਮੈਨੂੰ ਪਟਵਾਰੀ ਲਾ ਲਓ। ਹੁਣ ਗੱਲ ਇਹ ਹੈ ਕਿ ਜੇਕਰ ਅਗਰ ਇਹੀ ਟੈਂਡਰ ਹੋ ਜਾਏ, ਤੁਸੀਂ ਦੱਸੋ ਕਿੰਨੇ ਦੇਣੇ ਆ, ਤੇ ਮੇਰਾ ਖਿਆਲ ਹੈ ਕਿ ਉਹ ਹਰ ਚੀਜ਼ ਦਾ ਜਵਾਬ ਵੀ ਆ ਜਾਏਗਾ। ਸੋ ਪ੍ਰਬੰਧ, ਗੁਰਦੁਆਰਾ ਪ੍ਰਬੰਧ ਦੇ ਵਿੱਚ ਅਗਰ ਪ੍ਰਬੰਧਕਾਂ ਦਾ ਧਿਆਨ ਉਧਰ ਹੋਏਗਾ ਹੋਰ ਹੋਏਗਾ, ਪਰ ਜੇ ਉਹਨਾਂ ਦਾ ਇੰਟਰਸਟ ਹੋਏਗਾ ਫਿਰ ਉਸ ਦੇ ਵਿੱਚ ਉਹ ਲਾਂਬਾ ਸਾਹਿਬ ਬਿਲਕੁਲ ਤੁਸੀਂ ਗੱਲ ਸਹੀ ਕਹੀ। ਇਹ ਬੜੀ ਸ਼ਰਮਨਾਕ ਗੱਲ ਹੈਗੀ ਹੈ ਕਿ ਇੱਕ ਪਾਰਟਿਕੂਲਰ ਚੈਨਲ, ਦੇਖੋ ਗੁਰਬਾਣੀ ਦਾ ਪ੍ਰਸਾਰਣ ਇਸ ਚੈਨਲ ਨੇ ਕਈ ਦਹਾਕੇ ਤੋਂ ਸੇਵਾ ਕੀਤੀ ਹੈ, ਉਹਦੇ ਵਿੱਚ ਆਪਾਂ ਉਸਦੇ ਕੰਟਰੀਬਿਊਸ਼ਨ ਨੂੰ ਵੀ ਘੱਟ ਨਹੀਂ ਕਰੇ, ਲੇਕਿਨ ਅੱਜ ਸਵਾਲ ਉੱਠ ਰਹੇ ਨੇ। ਤੇ ਜੇ ਤੁਸੀਂ ਜਿਵੇਂ ਇਤਿਹਾਸਿਕ ਸੰਦਰਭ ਸਮਝਾਇਆ ਵੀ ਧਰਮ ਯੁੱਧ ਮੋਰਚਾ ਲੱਗਦਾ ਉਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੇ ਮਤੇ ਦੀ ਡਿਮਾਂਡ ਦੇ ਵਿੱਚੋਂ ਇੱਕ ਡਿਮਾਂਡ ਇਹ ਸੀ ਕਿ ਆਪਣਾ ਟਰਾਂਸਮੀਟਰ ਲਾਇਆ ਜਾਏ। ਉਸ ਵਕਤ ਰੇਡੀਓ ਪ੍ਰਸਾਰਣ ਹੁੰਦਾ ਸੀ, ਟੈਲੀਵਿਜ਼ਨ ਨਹੀਂ ਆਇਆ ਸੀ ਜਦੋਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਸੀ। ਲੇਕਿਨ ਜਦ ਤੱਕ ਧਰਮ ਯੁੱਧ ਮੋਰਚਾ ਜਦ ਤੱਕ ਧਰਮ ਯੁੱਧ ਮੋਰਚਾ ਸ਼ੁਰੂ ਹੋਣ ਵਾਲਾ ਹੁੰਦਾ ਉਸ ਦੌਰਾਨ ਹੀ ਟੀਵੀ ਦਾ ਐਡਵੈਂਟ ਹੋ ਜਾਂਦਾ ਹੈ। ਸੋ ਇਹ ਮੰਗ ਤਾਂ ਬੇਸਿਕਲੀ ਆਪਣੇ ਟਰਾਂਸਮੀਟਰ ਯਾਨੀ ਆਪਣੇ ਚੈਨਲ ਦੀ ਸੀ, ਲੇਕਿਨ ਅੱਜ ਵੀ ਟੈਂਡਰ ਜਾਰੀ ਕਰ ਦਿਓ। ਤੇ ਇਹ ਟੈਂਡਰ ਦਾ ਮਸਲਾ ਬੜਾ ਵੱਡਾ ਹੈ, ਕਿਉਂਕਿ ਟੈਂਡਰ ਜਾਰੀ ਕਰਨ ਦਾ ਮਤਲਬ ਹੈ ਬੋਲੀ ਲੱਗਣਾ, ਤੇ ਬੋਲੀ ਲੱਗਣ ਦੀ ਕੋਨੋਟੇਸ਼ਨ ਵੀ ਗੁਰਬਾਣੀ ਦੇ ਸੰਦਰਭ ਵਿੱਚ ਗਲਤ ਮੰਨੀ ਜਾਂਦੀ ਹੈ। ਦੂਸਰੀ ਗੱਲ ਇਹ ਵੀ ਹੈ ਕਿ ਜੇ ਟੈਂਡਰ ਲੱਗਦੇ ਨੇ ਤਾਂ ਇਹਦੀ ਸੰਭਾਵਨਾ ਪੂਰੀ ਹੈ ਕਿ ਪੀਟੀਸੀ ਚੈਨਲ ਦੁਬਾਰਾ ਇਹ ਰਾਈਟ ਲੈ ਜਾ ਸਕਦਾ ਹੈ। ਸੋ ਇਹੀ ਖਦਸ਼ਾ ਹੈ। ਸ਼ਾਇਦ ਸਰਕਾਰ ਵੀ ਨਹੀਂ ਚਾਹੁੰਦੀ ਕਿ ਟੈਂਡਰ ਹੋਵੇ, ਲੇਕਿਨ ਸਰਕਾਰ ਦਾ ਚਾਹਣਾ ਜਾਂ ਨਾ ਚਾਹਣਾ, ਕੀ ਇਹ ਵੱਡਾ ਵਿਸ਼ਾ ਹੈ? ਅੱਜ ਵੱਡਾ ਵਿਸ਼ਾ ਇਹ ਹੈ ਕਿਉਂਕਿ ਇੱਥੇ ਸਵਾਲ ਜਿਹੜਾ ਹੈ ਕਿ ਆਪਣੀ ਅਸਮਤਾ ਦਾ, ਆਪਣੀ ਜਿਹੜੀ ਉਹਨਾਂ ਦੀ ਕਹਿ ਲਓ ਇੱਜ਼ਤ ਦਾ ਔਰ ਆਪਣੀ ਗੁੱਡਵਿਲ ਦਾ ਹੈਗਾ। ਔਰ ਉਹ ਜਿਹੜੇ ਪ੍ਰਬੰਧਕ ਹਨ
ਜਿਹੜੇ ਵੀ ਪ੍ਰਬੰਧ ਕਮੇਟੀ ਦੇ ਚਾਹਗਨ ਉਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਸਿਰਫ 1 ਘੰਟੇ ਦੀ ਰੇਡੀਓ ਦੇ ਉੱਤੇ ਟਰਾਂਸਮਿਸ਼ਨ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ ਉਸ ਧਰਮ ਯੁੱਧ ਮੋਰਚੇ 'ਚ, ਔਰ ਇਹ ਵੀ ਰਿਕਾਰਡ ਦੇ ਉੱਤੇ ਹੈ ਕਿ ਜਦੋਂ ਇਹ ਲਿਖਤੀ ਤੌਰ ਦੇ ਉੱਤੇ ਮੰਗ ਦਿੱਤੀ ਗਈ ਤਾਂ ਇੰਦਰਾ ਗਾਂਧੀ ਨੇ ਸਾਫ਼ ਨਾ ਕਰ ਦਿੱਤਾ ਸੀ ਕਿ ਇਹ ਨਹੀਂ ਮੰਨੀ ਜਾ ਸਕਦੀ। ਸੋ ਇਹਦੇ ਪਿੱਛੇ ਇਤਿਹਾਸ ਹੈ। ਇਹ ਕਿਸੇ ਵਪਾਰਕ ਪਿੱਛੇ ਜੇ ਦਰਬਾਰ ਸਾਹਿਬ ਦੇ ਵਿੱਚੋਂ, ਇੱਕ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚੋਂ ਇੱਕ ਵਪਾਰਕ ਅਦਾਰੇ ਦਾ ਬੋਰਡ ਨਜ਼ਰ ਆਉਂਦਾ ਸੀ, ਉਹ ਵੀ ਹਟਾ ਦਿੱਤਾ ਗਿਆ। ਸੋ ਹਰਮੰਦਰ ਸਾਹਿਬ ਤੋਂ ਜਿਹੜਾ ਕੀਰਤਨ ਹੈ, ਜਿਹੜਾ ਉੱਥੇ ਦੀ ਆਵਾਜ਼ ਹੈ, ਉਹ ਅਨਫਿਲਟਰਡ ਜਿਹੜੀ ਹੈ ਉਹ ਸਾਰੇ ਸੰਸਾਰ, ਉਹ ਇੱਕੋ ਤਰੀਕਾ ਹੋ ਸਕਦਾ ਹੈ ਜੇਕਰ ਇਹ ਆਪਣਾ ਸੈਟੇਲਾਈਟ ਜਿਹੜਾ ਹੈ, ਆਪਣਾ ਬੀਮ ਅਗਰ ਉਹ ਦਿੰਦੇ ਹੈਗੇ ਆ, ਉਹ ਜਿਹਨੂੰ ਮਰਜ਼ੀ ਦੇਣ, ਉਹ ਡਾਇਰੈਕਟ ਭਾਵੇਂ ਜਾ ਸਕਦਾ ਹੈ। ਬਾਕੀ ਇੱਕ ਗੱਲ ਮੈਂ ਕਲੀਅਰ ਕਰ ਦਿਆਂ, ਕਈ ਵਾਰੀ ਇਹ ਕਿਹਾ ਜਾਂਦਾ ਹੈ ਕਿ ਬਾਹਰਲੇ ਜਿਹੜੇ ਹੈਗੇ ਉਹਨਾਂ ਨੂੰ ਪੇ ਕਰਨਾ ਪੈਂਦਾ ਹੈ। ਅੱਜ ਦੀ ਤਾਰੀਖ ਵਿੱਚ ਤੇ ਅਮਰੀਕਾ ਔਰ ਕੈਨੇਡਾ ਔਰ ਜਿੱਥੇ ਵੀ ਹੈਗਾ, ਉਹ YouTube ਦੇ ਉੱਤੇ ਦਰਬਾਰ ਸਾਹਿਬ ਦਾ ਕੀਰਤਨ ਜਿਹੜਾ ਹੈ ਉਹ ਲਗਾਤਾਰ ਆਉਂਦਾ ਹੈ, ਔਰ ਰੇਡੀਓ ਜਿਹੜਾ ਹੈਗਾ ਉਹਨਾਂ ਦਾ ਲਗਾਤਾਰ ਸ਼੍ਰੋਮਣੀ ਕਮੇਟੀ ਦਾ ਚੱਲ ਰਿਹਾ ਹੈ, ਉਹਦੇ 'ਚ ਕੋਈ ਰੁਕਾਵਟ ਨਹੀਂ ਹੈਗੀ। ਔਰ ਇਹ ਜਿਹੜੀ ਚੀਜ਼ ਹੈਗੀ ਹੈ, ਹੁਣ ਸਵਾਲ ਅਗਰ ਇੱਥੇ ਆ ਗਿਆ, ਇਹ ਹੁਣ ਉਹਨਾਂ ਨੇ ਸੋਚਣਾ ਹੈਗਾ ਕਿ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੋਣੀ ਚਾਹੀਦੀ ਹੈ, ਕਿਸ ਤਰੀਕੇ ਨਾਲ ਉਹ ਦਰਬਾਰ ਸਾਹਿਬ ਦਾ ਕਿਸੇ ਇੱਕ ਨਾਲ ਨਾ ਜੁੜ ਕੇ ਉਹ ਸਾਰਿਆਂ ਦਾ ਹੈਗਾ, ਸਰਬ ਸਾਂਝਾ ਹੈਗਾ। ਦੇਖੋ ਲਾਂਬਾ ਸਾਹਿਬ, ਤੁਸੀਂ ਵੀ ਤੇ ਮੈਂ ਵੀ ਰਵਿੰਦਰ ਨਾਰਾਇਣ ਹੋਣ ਨਾਲ PTC ਦੇ ਨਾਲ ਕੰਮ ਕੀਤਾ ਹੈ, ਲੇਕਿਨ ਮੈਂ ਉਹਨਾਂ ਦੇ ਕੁਝ ਰੀਸੈਂਟ ਸਟੇਟਮੈਂਟ ਸੁਣੇ ਨੇ ਜਿਸ ਵਿੱਚ ਬਾਕਾਇਦਾ ਉਹ ਕਹਿੰਦੇ ਹੋਏ ਸੁਣਾਈ ਦਿੱਤੇ ਨੇ ਕਿ ਵੀ ਇੱਕ ਪੈਸਾ ਗੁਰਬਾਣੀ ਦਾ ਪ੍ਰਸਾਰਣ ਫ੍ਰੀ ਹੈ, ਪੰਜਾਬ ਦੇ ਮੁੱਖ ਮੰਤਰੀ ਗੁੰਮਰਾਹ ਕਰਦੇ ਨੇ, ਇਸ ਕਿਸਮ ਦੀ ਗੱਲਾਂ। ਮਸਲਾ ਜਿਹੜਾ ਉਹਨਾਂ ਨੂੰ ਸਮਝ ਵਿੱਚ ਨਹੀਂ ਆ ਰਿਹਾ, ਇਹ ਰੌਲਾ PTC ਚੈਨਲ ਦਾ ਪੰਜਾਬ ਸਰਕਾਰ ਭਗਵੰਤ ਮਾਨ ਨਾਲ ਲਈ ਹੈ। ਮਸਲਾ ਇਹ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦਾ ਕਨਫਲਿਕਟ ਆਫ ਇੰਟਰਸਟ ਹੈ, ਉਹਦਾ ਆਪਣਾ ਵਪਾਰਕ ਇੱਕ ਮੁਫਾਦ ਹੈ ਜਿਸ ਦੇ ਚਲਦੇ ਐਡਾ ਵੱਡਾ ਇਸ਼ੂ ਬਣ ਰਿਹਾ ਹੈ। ਸਵਾਲ ਅੱਜ ਅਕਾਲੀ ਦਲ ਦੀ ਲੀਡਰਸ਼ਿਪ ਦਾ ਤੇ SGPC ਦੀ ਲੀਡਰਸ਼ਿਪ ਦਾ ਇੱਕ ਚੰਗਾ ਗੁਰਬਾਣੀ ਦਾ ਪ੍ਰਸਾਰਣ ਦੇਣ ਦੇ ਪੱਖੋਂ ਹੈ, ਨਾ ਕਿ PTC ਕੀ ਕਰ ਰਿਹਾ ਹੈ ਨਹੀਂ ਕਰ ਰਿਹਾ। ਲੇਕਿਨ ਮੈਂ ਜਾਂਦੇ ਜਾਂਦੇ ਤੁਹਾਡੇ ਤੋਂ ਇੱਕ ਛੋਟਾ ਜਿਹਾ ਹੋਰ ਸਵਾਲ, ਬਹੁਤ ਅਹਿਮ ਸਵਾਲ ਹੈ, ਕਿਉਂਕਿ ਹਰਿਆਣਾ ਦੇ ਵਿੱਚ ਜਦੋਂ ਵੱਖਰੀ ਗੁਰਦੁਆਰਾ ਕਮੇਟੀ ਬਣਦੀ 2014 ਦਾ ਘਟਨਾਕ੍ਰਮ ਯਾਦ ਕਰੀ, ਉਸ ਤੋਂ ਪਹਿਲਾਂ ਦੇ ਕਈ ਸਾਲ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਤੋਂ ਪਹਿਲਾਂ ਇਹ ਜਿਹੜਾ ਕਾਨੂੰਨ ਲਿਆਇਆ ਗਿਆ, ਜਿਸ ਤਰੀਕੇ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਵਿੱਚ ਤੇ ਜਿਹੜਾ ਤਰਕ ਦੇ ਕੇ ਭਗਵੰਤ ਮਾਨ ਹੋਣਾ ਨੇ, ਪੰਜਾਬ ਦੇ CM ਨੇ ਇਸ ਕਾਨੂੰਨ ਨੂੰ ਜਾਂ ਐਕਟ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਜੋ ਵੀ ਉਹਨਾਂ ਦੀ ਐਫਰਟ ਰਹੀਆਂ ਹੈਗੀਆਂ ਨੇ, ਉਸੇ ਤਰਜ਼ ਦੇ ਉੱਤੇ ਹਰਿਆਣਾ ਨੇ ਆਪਣਾ ਕੰਮ ਕਰ ਲਿਆ। ਸੋ ਜਦੋਂ 2014 ਦੇ ਵਿੱਚ ਹਰਿਆਣਾ ਇੱਕ ਵੱਖਰੀ ਗੁਰਦੁਆਰਾ ਕਮੇਟੀ ਬਣਾ ਲੈਂਦਾ ਹੈ, ਉਸ ਦੇ ਲਈ ਵਿਧਾਨ ਸਭਾ ਦੇ ਵਿੱਚ ਇੱਕ ਅਲੱਗ ਕਾਨੂੰਨ ਬਣਾ ਲੈਂਦਾ ਤੇ ਉਸ ਨੂੰ ਸੁਪਰੀਮ ਕੋਰਟ ਤੱਕ ਸਹੀ ਠਹਿਰਾਇਆ ਜਾਂਦਾ ਹੈ, ਜਿਸ ਨੂੰ ਆਧਾਰ ਬਣਾ ਕੇ ਅੱਜ ਪੰਜਾਬ ਸਰਕਾਰ ਇਹ ਕਾਨੂੰਨ ਲਿਆਉਣ ਜਾ ਰਹੀ ਹੈ ਜਾਂ ਲੈ ਕੇ ਆਈ ਹੈ। ਸੋ ਇਹ ਆਪਣੇ ਆਪ ਦੇ ਵਿੱਚ ਗਲਤ ਕਦਮ ਸੀਗਾ। ਹਰਿਆਣਾ ਦੀ ਵੱਖਰੀ SGPC ਨਹੀਂ ਸੀ ਹੋਣੀ ਚਾਹੀਦੀ, ਉਸ ਵਕਤ ਵੀ ਗਲਤੀ ਹੋਈ, ਲੇਕਿਨ ਸੁਪਰੀਮ ਕੋਰਟ ਨੇ ਫਿਰ ਉਸ ਨੂੰ ਕਿਵੇਂ ਜਾਇਜ਼ ਕਰਾਰ ਦਿੱਤਾ, ਜਿਸ ਦਾ ਹਵਾਲਾ ਅੱਜ ਭਗਵੰਤ ਮਾਨ ਦੇ ਰਹੇ ਨੇ। ਬੜਾ ਸਿੱਧਾ ਜਿਹਾ ਜਵਾਬ ਇਹਦਾ ਹੈਗਾ ਹੈ ਕਿ ਜਦੋਂ ਹਰਿਆਣੇ ਦਾ ਮਸਲਾ ਉੱਠਿਆ, ਹਰਿਆਣੇ ਦੀ ਵੱਖਰੀ ਕਮੇਟੀ, ਮੈਨੂੰ ਯਾਦ ਹੈ ਮੈਂ ਤੁਹਾਡੇ ਨਾਲ ਹੀ ਉੱਥੇ ਪ੍ਰੋਗਰਾਮ ਕੀਤਾ ਸੀ, ਨਲਵੀ ਸਾਹਿਬ ਨੇ ਕਿਹਾ ਸੀਗਾ ਕਿ ਜੀ ਸਾਨੂੰ ਫੰਡ ਨਹੀਂ ਦਿੰਦੇ, ਅਸੀਂ ਇੰਨੇ ਕਰਦੇ ਹਾਂ। ਫੋਰਚੂਨੇਟਲੀ ਮੇਰੇ ਕੋਲ ਸਾਰੇ ਡਾਕੂਮੈਂਟ ਸੀਗੇ ਤੇ ਉਹਦੇ ਵਿੱਚ ਦੱਸਿਆ ਗਿਆ ਕਿ 85% ਫੰਡ ਜਿਹੜੇ ਹੈ ਸ਼੍ਰੋਮਣੀ ਕਮੇਟੀ ਦਿੰਦੀ ਹੈ, ਔਰ ਉਸ ਤੋਂ ਬਾਅਦ ਔਖੇ ਹੋ ਗਏ ਸੀ ਕਿ ਤੁਸੀਂ ਸਾਡੀ ਬੇਇੱਜ਼ਤੀ ਕੀਤੀ ਹੈ। ਸਵਾਲ ਇਹ ਨਹੀਂ ਸੀਗਾ, ਸਰਕਾਰਾਂ ਜਿਹੜੀਆਂ ਵੀ ਆਉਣਗੀਆਂ, ਜਿਹੜੀ ਵੀ ਸਰਕਾਰ ਆਏਗੀ, ਉਹ ਸਿੱਖਾਂ ਦੀ ਤਾਕਤ ਕਮਜ਼ੋਰ ਕਰਨਾ ਚਾਹੁੰਦੀ ਹੈ, ਔਰ ਸਿੱਖਾਂ ਦੀ ਤਾਕਤ ਬਣਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ ਸ਼੍ਰੋਮਣੀ ਦਾ ਲਫ਼ਜ਼ ਹੁੰਦਾ ਹੈ, ਇੱਕ ਹੋ ਸਕਦਾ, ਸ਼੍ਰੋਮਣੀ ਦੋ ਨਹੀਂ ਹੁੰਦੇ। ਸੁਪਰੀਮ ਕਮਾਂਡਰ ਇੱਕ ਹੋਏਗਾ, ਦੋ ਨਹੀਂ ਹੋਣਗੇ। ਸ਼੍ਰੋਮਣੀ ਦੇ ਕੋਈ ਦੂਜਾ ਲਫ਼ਜ਼ ਨਹੀਂ ਹੈਗਾ। ਔਰ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੁਣ ਕਹਿੰਦੇ ਜੀ ਕਿ ਹਰਿਆਣੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੱਲ ਨੂੰ ਕਿਸੇ ਹੋਰ ਦੀ ਸ਼੍ਰੋਮਣੀ ਕਮੇਟੀ, ਮਗਰ ਉਹ ਦੇਖੋ ਉਹਦੇ ਜਿਹੜੀ ਡਿਮਾਂਡ ਜਦੋਂ ਚੁੱਕੀ ਗਈ, ਇਹ ਵੀ ਫੈਕਟ ਹੈ, ਉਹਦੇ ਵਿੱਚ ਮੇਨ ਜਿਹੜਾ ਰੋਲ ਅਦਾ ਕੀਤਾ ਉਹ ਸਰਨਾ ਸਾਹਿਬ ਦਾ ਰੋਲ ਸੀ, ਦਿੱਲੀ ਦਾ। ਉਹਨਾਂ ਨੇ ਉਹਦੀ ਹਮਾਇਤ ਕੀਤੀ, ਉਹਨਾਂ ਨੇ ਉਹਦੇ ਲਈ ਬੜੀ ਜਦੋਜਹਿਦ ਕੀਤੀ ਔਰ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ, ਪਰ ਉਹਦੇ ਬਾਅਦ ਬਣ ਗਿਆ। ਹੁਣ ਉਹ ਖੈਰ ਦੂਜੇ ਪਾਸੇ ਆ ਗਏ ਆ। ਸੋ ਇਹ ਜਿਹੜਾ ਉੱਥੇ ਬਣਾਇਆ ਗਿਆ, ਬਣਨ ਤੋਂ ਬਾਅਦ ਵੀ, ਐਕਟ ਬਣਨ ਤੋਂ ਬਾਅਦ ਵੀ, ਉਸ ਦੇ ਬਾਅਦ ਵੀ ਅੱਜ ਉਹ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਅਜੇ ਤੱਕ ਡੀ-ਨੋਟੀਫਾਈ ਨਹੀਂ ਕੀਤੇ ਗੁਰਦੁਆਰੇ। ਇਹਦਾ ਮਤਲਬ ਹਾਲੇ ਵੀ ਦੋਨੋਂ ਪਾਸੇ ਚੱਲਿਆ ਜਾ ਰਿਹਾ ਕਿ ਕਿਸ ਵੇਲੇ ਕਿਹੜੇ ਪਾਸੇ ਕਰਨਾ ਹੈ, ਔਰ ਇਹ ਜਿਹੜੀ ਅਜੇ ਵੀ ਦੁਚਿੱਤੀ ਦੇ ਵਿੱਚ ਹੈਗੀ ਹੈ। ਜਿਹੜਾ ਕਾਨੂੰਨੀ ਪੱਖ ਦੇ ਉੱਤੇ ਉਹਨਾਂ ਨੇ ਕਿਹਾ ਹੋ ਸਕਦਾ, ਪਰ ਕੀ ਉਹ ਕਮੇਟੀ, ਦੂਸਰੀ ਗੱਲ ਕਿ ਜਦੋਂ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ, ਉਹਨਾਂ ਨੇ ਤਾਂ ਇੱਥੇ ਤੱਕ ਕੀਤਾ ਕਿ ਇੰਨੇ ਚੜੇ ਹੋਏ ਸੀ ਅੰਗਰੇਜ਼ ਕਿ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮ ਹੀ ਦੇਣ ਤੋਂ ਇਨਕਾਰ ਕਰ ਦਿੱਤਾ। ਐਕਟ ਦੇ ਵਿੱਚ ਅੱਜ ਵੀ ਨਾਂ ਨਹੀਂ ਲਿਖਿਆ ਹੋਇਆ, ਸਿੱਖ ਗੁਰਦੁਆਰਾ ਐਕਟ ਵਿੱਚ ਅੱਜ ਵੀ ਸ਼੍ਰੋਮਣੀ ਕਮੇਟੀ ਨਹੀਂ ਲਿਖਿਆ। ਉਹਨਾਂ ਨੇ ਇਨਕਾਰ ਕਰਤਾ ਕਿ ਅਸੀਂ ਨਹੀਂ ਕਰਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਪਹਿਲੀ ਮੀਟਿੰਗ ਦੇ ਵਿੱਚ ਇਹ ਪਾਸ ਕੀਤਾ ਕਿ ਇਸ ਬੋਰਡ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏਗਾ।
ਹੁਣ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਕਤ ਨੂੰ ਖੇਰੂ ਕਰਨ ਲਈ ਉਸ ਨੂੰ ਹਰਿਆਣਾ ਕਮੇਟੀ ਬਣਾਈ ਗਈ। ਉਹ ਵੀ ਪੋਲੀਟੀਕਲ ਹੈ, ਬਿਲਕੁਲ ਪੋਲੀਟੀਕਲ ਹੈ, ਔਰ ਉਹ ਨਾ ਬਣਦੀ ਜੇਕਰ ਸਿੱਖਾਂ ਦੇ ਵਿੱਚੋਂ ਬੰਦੇ ਨਾ ਲਏ ਜਾਂਦੇ। ਦੂਜੀ ਗੱਲ, ਜਦੋਂ ਗੁਰਦੁਆਰਾ ਐਕਟ ਬਣਿਆ ਸੀ, ਸਾਰੇ ਦੇ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ 'ਚ ਇੱਕ ਵੀ ਸਰਕਾਰੀ ਨੁਮਾਇੰਦਾ ਨਹੀਂ ਸੀਗਾ, ਇੱਕ ਵੀ ਨਹੀਂ ਸੀਗਾ। ਹੁਣ ਕਹਿੰਦੇ ਜੀ ਕਿ ਜਿਹਦਾ ਲਿਖਿਆ ਕਿ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਵੱਲੋਂ ਹੋਏਗਾ, ਮੈਨੇਜਮੈਂਟ ਆਫ ਦੀ ਗੁਰਦੁਆਰਾ ਬਾਈ ਦੀ ਸਿੱਖਸ ਐਂਡ ਫॉर ਦੀ ਸਿੱਖਸ। ਅੱਜ ਹਰਿਆਣੇ ਦੀ ਕਮੇਟੀ ਦੇ ਸਾਰੇ ਮੈਂਬਰ ਸਰਕਾਰ ਦੇ ਨਾਮਜ਼ਦ ਹੈਗੇ ਆ। ਇਹ ਸਰਕਾਰ ਦੀ ਕਮੇਟੀ ਹੈ ਕਿ ਸਿੱਖਾਂ ਦੀ ਕਮੇਟੀ ਹੈ? ਸੋ ਇਹ ਸਮਝਣਾ ਪਏਗਾ। ਮੁੱਢਲੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਹੈ, ਸਿੱਖਾਂ ਦੀ ਆਵਾਜ਼ ਹੈ। ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਹੈ, ਹਰਮੰਦਰ ਸਾਹਿਬ ਹੈ, ਇਹ ਉਹਦਾ ਹੈਗਾ। ਦੂਜੀ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ, ਸ਼੍ਰੋਮਣੀ ਇੱਕ ਨੂੰ ਅੱਜ ਦੇ ਸਰੂਪ ਦੇ ਵਿੱਚ ਅੱਜ ਦਾ ਉਹਨਾਂ ਦਾ ਜਿਹੜਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਕੰਡਕਟ ਕੀਤਾ ਹੈ, ਆਪਾਂ ਨਹੀਂ ਮੰਨ ਸਕਦੇ ਕਿ ਉਹ ਆਪਣੇ ਵੀ ਹੱਕਾਂ ਦੇ ਉੱਤੇ ਉਹਦੀ ਰਾਖੀ ਕਰ ਸਕੀ ਹੈ। ਸੋ ਪੁਆਇੰਟ ਇਹ ਖੜਾ ਹੁੰਦਾ ਵੀ ਆਪਾਂ ਡਿਫਰੈਂਸ਼ੀਏਟ ਕਰੀਏ ਕਿ ਇੱਕ ਪਾਸੇ ਅਦਾਰਾ ਹੈ, ਦੂਸਰੇ ਪਾਸੇ ਉਹਦੇ ਫੰਕਸ਼ਨਰੀਜ਼ ਹੈ ਜੋ ਕਿ ਆਪਣੇ ਨਿੱਜੀ ਹਿੱਤਾਂ ਜਾਂ ਆਪਣੇ ਪਾਰਟੀ ਦੇ ਪ੍ਰਧਾਨਾਂ ਦੇ ਨਿੱਜੀ ਹਿੱਤਾਂ ਦੇ ਚੱਲਦੇ ਹੋਇਆ ਸਹੀ ਫੈਸਲੇ ਨਹੀਂ ਕਰ ਪਾ ਰਹੇ। ਐਂਡ ਮੈਂ ਤੁਹਾਡੇ ਤੋਂ ਵੀ ਜਾਂਦੇ ਕੁਝ ਮਿੰਟਾਂ ਦੇ ਵਿੱਚ ਇਸ ਨੂੰ ਜੇ ਸਮ ਅਪ ਕਰ ਸਕੋ, ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਕਿੱਥੇ ਖੜਦੀ ਅੱਜ? ਹਾਂ, ਜਿਹੜੀ ਤੇ ਹੈਗੀ ਸੀਗੀ ਕਿ ਸੌਰੀ, ਮੈਨੂੰ ਤੁਸੀਂ ਉਹ ਕਿਹਾ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਕਿੱਥੇ ਖੜਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਬਾਅਦ ਉਹਨਾਂ ਨੇ ਇੱਕ ਕੰਮ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਾਇਮ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਗੁਰਦੁਆਰਿਆਂ ਦੀ ਸੰਭਾਲ ਲਈ ਮਦਦ ਕਰੇਗਾ। ਉਹ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਮਾਤ ਸੀ, ਉਹ ਅਕਾਲ ਪੁਰਖ ਨੂੰ ਪ੍ਰਣਾਏ ਹੋਏ ਗੁਰਸਿੱਖਾਂ ਦੀ ਜਮਾਤ ਸੀ। ਪਰ ਅਨਫੋਰਚੂਨੇਟਲੀ ਉਹ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ, ਨਹੀਂ ਹੈਗਾ। ਹੁਣ ਉਹ ਨਾ ਸਰੂਪ ਹੈ, ਨਾ ਉਹ ਪਾਰਟੀ ਹੈ, ਨਾ ਜ਼ਰੂਰ ਹੋਏਗਾ, ਪਰ ਉਹ ਜਿਹੜੀ ਪੰਥਕ ਜਮਾਤ ਸੀ, ਔਰ ਪੰਥ ਨਹੀਂ ਜ਼ਿੰਦਾ ਰਹਿ ਸਕਦਾ ਜਿੰਨੀ ਦੇਰ ਤੱਕ ਕੋਈ ਪੰਥਕ ਜਮਾਤ ਨਾ ਹੋਏ। ਅੱਜ ਕੋਈ ਪੰਥਕ ਜਮਾਤ ਨਹੀਂ ਹੈ, ਕੋਈ ਦਾਵਾ ਨਹੀਂ ਕਹਿ ਸਕਦਾ, ਭਾਵੇਂ ਨਾ ਸੈਡ ਮੈਡ ਬੈਡ ਸ਼੍ਰੋਮਣੀ ਅਕਾਲੀ ਦਲ, ਮਾਨ ਅਕਾਲੀ ਦਲ, ਬੈਡ ਬਾਦਲ ਅਕਾਲੀ, ਜਿੰਨੇ ਮਰਜੀ ਉਹ ਕਰੀ ਜਾਣ, ਪਰ ਪੰਥ ਦੀ ਜਮਾਤ ਕੋਈ ਵੀ ਨਹੀਂ ਦਾਵਾ ਕਰ ਸਕਦਾ। ਜਿੰਨੀ ਦੇਰ ਤੱਕ ਕੋਈ ਪੰਥਕ ਜਮਾਤ ਨਹੀਂ ਬਣੇਗੀ, ਉਹ ਸਾਰਿਆਂ ਨੇ ਮਿਲ ਕੇ ਬਣਾਣੀ ਹੈ, ਔਰ ਉਹ ਬਣੇਗੀ, ਉਹ ਪੰਥ ਦੀ ਕੋਈ ਗੱਲ ਕਰ ਸਕਦੀ ਹੈ, ਉਹ ਇਹਦੀ ਹਿਫਾਜ਼ਤ ਕਰ ਸਕਦੀ ਹੈ। ਨਹੀਂ ਤਾਂ ਖਤਰਾ ਸ਼੍ਰੋਮਣੀ ਕਮੇਟੀ ਨੂੰ ਜਿੰਨਾ ਕੁ ਅਸੀਂ ਮਹਿਸੂਸ ਕਰਦੇ ਹਾਂ ਉਸ ਤੋਂ ਬਹੁਤ ਜ਼ਿਆਦਾ ਹੈ, ਔਰ ਇਹਨੂੰ ਖਤਮ ਕਰਨ ਲਈ ਚਾਰੇ ਪਾਸੇ ਤੋਂ ਹਮਲੇ ਹੈ। ਜਿਹੜੀ ਤੁਸੀਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਕਰਦੇ ਹੋ, 1973 ਦੇ ਵਿੱਚ ਸਰਕਾਰ ਨੇ ਬਣਾਇਆ ਕਮਿਸ਼ਨ, ਉਹਦੇ ਬਾਅਦ 1999 ਵਿੱਚ ਬਣਾਇਆ, ਉਹਦੇ ਬਾਅਦ ਟਿਵਾਣਾ ਪੈਨਲ ਬਣਿਆ, ਬੜੀ ਵਾਰੀ ਬਣਿਆ, ਉਹਨਾਂ ਨੇ ਨਹੀਂ ਮੰਨਿਆ, ਕੇਂਦਰ ਨੇ ਨਹੀਂ ਮੰਨਿਆ। ਔਰ ਜੇਕਰ ਬਣਾਉਣ ਦੇ ਡਰਾਫਟ ਦਿੱਤਾ, ਉਹ ਬੜਾ ਖਤਰਨਾਕ ਡਰਾਫਟ ਦਿੱਤਾ, ਇਤਨਾ ਡੇਂਜਰਸ ਡਰਾਫਟ ਸੀ ਜਿਹਨੂੰ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ, ਉਹ ਵੱਖਰਾ ਵਿਸ਼ਾ ਹੈ। ਪਰ ਹੁਣ ਜੇਕਰ ਫਿਰ ਅਕਾਲ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨਾ, ਉਹ ਫਿਰ ਹੋ ਸਕਦਾ ਹੈ ਇਹ ਜਿਹੜਾ ਆਲ ਇੰਡੀਆ ਗੁਰਦੁਆਰਾ ਐਕਟ ਦਾ ਇੱਕ ਲਿਆ ਕੇ ਉਹਦੇ ਰਾਹੀਂ ਇਹਨਾਂ ਦੀ ਤਾਕਤ ਨੂੰ ਖਤਮ ਕਰ ਦਿੱਤਾ ਜਾਏ। ਚਲਿਏ ਲਾਂਬਾ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਸਾਰੀਆਂ ਚਰਚਾਵਾਂ ਨੂੰ ਸਾਡੇ ਨਾਲ ਕਰਨ ਲਈ, ਕਿਉਂਕਿ ਇਹ ਬਹੁਤ ਹੀ ਇੱਕ ਧਾਰਮਿਕ ਤੇ ਹੁਣ ਤਾਂ ਕਾਨੂੰਨੀ ਵਿਸ਼ਾ ਵੀ ਹੈ ਜੋ ਕਿ ਆਪਸ ਦੇ ਵਿੱਚ ਕਿਤੇ ਨਾ ਕਿਤੇ ਕਨਵਰਜ ਕਰਦੇ ਪਏ ਨੇ। ਇਸ ਦੇ ਵਿੱਚ ਹਰ ਕਿਸਮ ਦੀ ਗੱਲਾਂ ਬਾਤਾਂ ਨੇ, ਪੋਲੀਟੀਕਲ ਰੌਲਾ ਰੱਪਾ ਵੱਖਰਾ ਹੈ, ਕਾਨੂੰਨੀ ਪੱਖ ਵੱਖਰੇ ਨੇ ਤੇ ਧਾਰਮਿਕ ਸਿਆਸੀ ਪੱਖ ਵੱਖਰੇ ਨੇ। ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਇਹ ਗੱਲਬਾਤ ਕਰਨ ਲਈ, ਸ਼ੁਕਰੀਆ ਤੁਹਾਡਾ। ਬਹੁਤ ਧੰਨਵਾਦ ਮੈਨੂੰ ਬਰਦਾਸ਼ਤ ਕਰਨ ਲਈ। ਥੈਂਕ ਯੂ ਸੋ ਮਚ। ਸੋ ਤੁਸੀਂ ਦੇਖ ਰਹੇ ਸੀ ਪੰਜਾਬੀ ਲਿੰਕ। ਦ ਪੰਜਾਬੀ ਲਿੰਕ ਤੇ ਫੇਸਬੁੱਕ ਪੇਜ ਨੂੰ ਜ਼ਰੂਰ ਤੁਸੀਂ ਫੋਲੋ ਕਰੋ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ। ਬਹੁਤ ਬਹੁਤ ਧੰਨਵਾਦ ਇਸ ਪ੍ਰਸਾਰਣ ਨੂੰ ਵੇਖਣ ਲਈ।